ਨਾਂ ਨੂੰ ਵੱਡਾ ਸਾਬਤ ਕਰਨ ਦੇ ਵਿੱਚ ਨਾ ਲੋਕ ਇਹ ਕੁਝ ਕਰਦੇ ਨੇ, ਹੋਰ ਇਹਦੇ 'ਚੋਂ ਮਕਸਦ ਜਾਂ ਇਹਦਾ ਕੋਈ ਮਤਲਬ ਨਹੀਂ ਬਣਦਾ। ਮੈਂ ਤੁਹਾਡੀ ਇਬਾਰਤ ਦਾ ਮੈਂ ਸਿਰਫ ਇਸ ਤੋਂ ਇਹ ਯਕੀਨ ਮੰਨੋ ਬੜੀ ਅੱਛੀ ਇਬਾਰਤ ਜੀ। ਅੱਛਾ मिर्जा साहब मैं तो मुफ्ती साहब आए हैं बिस्मिल्लाह मुफ्ती साहब की आईडी ने फिर मैं नूरी भाई तकिया थले मूसा भाई भरा मेरे कोई फिरका नहीं है, उसने डरना काफिर नहीं ਉਹਨਾਂ ਦਾ अस्सलाम वालेकुम मुफ्ती साहब। ਵੀਰੇ ਵਾਲੇਕੁਮ ਸਲਾਮ ਕਾਫਰ ਦਾ ਕੋਈ ਫਿਰਕਾ ਨਹੀਂ ਹੁੰਦਾ ਵੀਰੇ। अच्छा जी हुन ਕਾਫਰ जरा ਕਾਫਰ ਹੁੰਦਾ ਸ਼ਾਹ ਜੀ ਵੈਲਕਮ। मुफ्ती साहब अस्सलाम वालेकुम व रहमतुल्लाहि व बरकातहू। वालेकुम सलाम व रहमतुल्लाहि व बरकातहू। जी सरकार अच्छा बात यह है कि मैं अपनी बराड़ तो बड़ी कम करता हूँ, तो ज़्यादा कोशिश मेरी यही होती है कि दोस्तों की बराड़ के ऊपर जाया जाए, और जहाँ पर कोई कादियानी मौजू छिड़ा हुआ है तो उसमें फिर वक़्त हो तो शामिल बंदा हो जाए। लेकिन अमूमी तौर पे मैंने देखा है कि हमारे दोस्तों की जो बराडियाँ आजकल चल रही हैं ना, तो ये एक समझ ले शिकवा और शिकायत भी है कि वो चल रही हैं ज़ात के ऊपर ना। पूरा दिन बैठ के अपनी ज़ात को डिफेंड करना, या मतलब फलां टिक टाकर ने इंज कर दिता ते फलां ने इंज कीता ते उन्होंने मैं इंज करना है, ते कोई गाली गलोच कोई इंज दे मसले ते वो ना मेरी तबीयत दे नाल मुआफक नहीं है चीज़ां। मैं इन्हां चीज़ां तो वैसे ही अलग थलग जिहा रहना वां। ਅਸੀਂ ਤੇ ਯਾਰ ਆਪਣੇ ਸਾਡੇ ਜ਼ਾਤੀ ਮਾਮਲੇ ਸਾਨੂੰ ਕੋਈ ਗਾਲਾਂ ਕੱਢੇ ਜੋ ਵੀ ਕਰੇ, ਅਸੀਂ ਅੱਜ ਤੱਕ ਕਦੀ ਉਹਦਾ ਆਪਣੀ ਜ਼ਾਤ ਦਾ ਨਹੀਂ ਕਦੀ ਕੋਈ ਜਵਾਬ ਦਿੱਤਾ। ਤੇ ਚੇ ਜਾਏ ਕਿ ਮੈਂ ਦੋਸਤਾਂ ਦੀਆਂ ਲੜਾਈਆਂ ਦੇ ਵਿੱਚ ਮੈਂ ਸ਼ਰੀਕ ਹੋਵਾਂ, ਉਸ ਵਜ੍ਹਾ ਤੋਂ ਨਾ ਮੈਂ ਥੋੜਾ ਜਿਹਾ ਸ਼ਾਮਿਲ ਨਹੀਂ ਹੁੰਦਾ। ਮੈਂ ਤੇ ਇਹ ਵਜ੍ਹਾ ਦੱਸ ਰਿਹਾ ਵਾਂ ਕਿ ਐਸੀ ਬਰਾਡਾਂ ਦੇ ਵਿੱਚ ਮੈਂ ਕਿਉਂ ਨਹੀਂ ਸ਼ਾਮਲ ਹੁੰਦਾ। ਉਹਦੀ ਵਜ੍ਹਾ ਮਰਕਜ਼ੀ ਅੱਜ ਮੈਂ ਦੱਸ ਛੜੀ ਏ ਕਿ ਮੇਰੇ ਇਹ ਮਜ਼ਾਜ ਦੇ ਮੁਆਫਕ ਨਹੀਂ ਹੈ। ਤੇ ਸਾਡੇ ਇਹ ਸਾਰੇ ਟਿਕਟਾਕਰ ਹੀ ਦੋਸਤ ਨੇ, ਉਹਨਾਂ ਤੀਕਰ ਹੀ ਦੋਸਤ ਨੇ ਜਿੰਨਾ ਤੀਕਰ ਉਹ ਖਤਮੇ ਨਬੂਵਤ ਦੀ ਗੱਲ ਕਰਨਗੇ ਤੇ ਮਿਰਜ਼ੇ ਕਾਦੀਆਨੀ ਤੇ ਮਿਰਜ਼ਾ ਜੂਨੀਅਰ ਜੇਲਮੀ ਨੂੰ ਲਿੱਤਰ ਪਰੇਡ ਕਰਨਗੇ। ਜੇ ਤੇ ਕੋਈ ਗੱਲ ਕਰਨੀ ਹੈ ਕੋਈ ਹੋਰ, ਕੋਈ ਸਿਆਸਤ ਦੀ, ਕੋਈ ਜ਼ਾਤੀਆਤ ਦੀ, ਕੋਈ ਇੱਧਰ ਦੀ ਤੇ ਕੋਈ ਉੱਧਰ ਦੀ, ਤੇ ਭਾਈ ਫਿਰ ਉਨੀ ਦੇਰ ਵਾਸਤੇ ਅਸੀਂ ਤੁਹਾਡੇ ਤੋਂ ਅਲੱਗ, ਉਨੀ ਦੇਰ ਤੁਹਾਡੇ ਨਾਲ ਨਹੀਂ। ਫਿਰ ਜਦੋਂ ਤੁਸੀਂ ਇਹ ਮੌਜੂ ਤੇ ਆ ਜਾਓਗੇ ਫਿਰ ਅਸੀਂ ਤੁਹਾਡੇ ਨਾਲ ਜੁੜ ਜਾਵਾਂਗੇ। ਇਹ ਐਵੇਂ ਨਾ ਆਪਣੀ ਜ਼ਿੰਦਗੀ ਦਾ ਇੱਕ ਮਿਆਰ ਅਸੀਂ ਰੱਖਿਆ। ਤੇ ਇਹ ਵੇ ਕੋਸ਼ਿਸ਼ ਇਹ ਕਰੋ ਕਿ ਕੋਈ ਆਪਣਾ ਨਾ ਇੱਕ ਮੌਜੂ ਬਣਾ ਲਵੋ। ਹੁਣ ਵੇਖੋ ਮੁਫਤੀ ਮੁਬਸ਼ਰ ਸ਼ਾਹ ਨੂੰ ਅਗਰ ਕੋਈ 4 ਬੰਦੇ ਜਾਣਦੇ ਨੇ ਉਹ ਸਿਰਫ ਇੱਕ ਵਜ੍ਹਾ ਤੋਂ ਜਾਣਦੇ ਨੇ। ਉਹਦੀ ਵਜ੍ਹਾ ਹੈ ਵੇ ਕਿ ਬਈ ਇਹ ਮਿਰਜ਼ੇ ਕਾਦੀਆਨੀ ਦਾ ਰੱਦ ਕਰਦੇ, ਔਰ ਐਸੇ ਜਾਣ ਪਹਿਚਾਣ ਦੇ ਵਿੱਚ ਕੁਝ ਮੇਰੀ ਤਾਰੀਫ ਕਰਦੇ ਨੇ ਤੇ ਕੁਝ ਮੈਨੂੰ ਗਾਲਾਂ ਕੱਢਦੇ ਨੇ ਬਸ। ਲੇਕਿਨ ਪਹਿਚਾਣ ਇੱਕ ਵੇ ਕਿ ਬਈ ਇਹ ਮਿਰਜ਼ੇ ਕਾਦੀਆਨੀ ਦਾ ਕਰਦਾ ਜੇ ਰੱਦ। ਹੋਰ ਮੇਰੀ ਕੋਈ ਪਹਿਚਾਣ ਤੁਸੀਂ ਕਦੀ ਸੁਣਿਆ? ਦੁਸ਼ਮਣ ਦੀ ਜ਼ਬਾਨੀ ਵੀ ਤੁਸੀਂ ਨਹੀਂ ਕਦੀ ਸੁਣੋਗੇ ਕਿ ਇਹਨੇ ਕਦੀ ਕਿਸੇ ਹੋਰ ਮੌਜੂ ਨੂੰ ਹੱਥ ਲਾਇਆ ਹੋਏ। ਦੁਸ਼ਮਣ ਵੀ ਇਹੀ ਕਹਿ ਕੇ ਮੈਨੂੰ ਗਾਲਾਂ ਕੱਢਦਾ ਹੈ ਕਿ ਭਾਈ ਵੀ ਸਾਡੇ ਮਸੀਹ ਸਾਹਿਬ ਨੂੰ ਦੀ ਲਿੱਤਰ ਪਰੇਡ ਕਰਦਾ ਬਸ। ਤੇ ਆਪਣੀ ਜ਼ਿੰਦਗੀ ਦਾ ਕੋਈ ਇੱਕ ਮਿਆਰ ਬਣਾਇਆ ਜਾਏ। ਇਹ ਨਹੀਂ ਹੋਏ ਕਿ ਇੱਕ ਬਰਾੜ ਦੇ ਉੱਤੇ ਸਾਡਾ ਮੌਜੂ ਕੋਈ ਹੋਰ ਸੀ ਤੇ ਦੂਜੀ ਤੇ ਟੁਰ ਜਾਓ ਤੇ ਉੱਥੇ ਮੌਜੂ ਕੋਈ ਹੋਰ, ਤੇ ਤੀਜੀ ਤੇ ਟੁਰ ਜਾਓ ਤੇ ਮੌਜੂ ਕੋਈ ਹੋਰ, ਤੇ 7 ਰੰਗੀ ਜਿਹੀ ਆਪਣੀ ਜ਼ਿੰਦਗੀ ਬਣਾ ਲਓ। ਇੰਝ ਨਹੀਂ ਬਾਈ, 2 ਰੰਗੀ ਛੋੜ ਦੇ, ਯਕ ਰੰਗ ਹੋ ਜਾ, ਸਰਾਸਰ ਮੋਮ ਜਾਂ ਸੰਗ ਹੋ ਜਾ। ਤੇ ਮੈਂ ਦੋਸਤਾਂ ਅੱਗੇ ਹੋਈ ਸਭ ਨੂੰ ਜਮੀ ਦੋਸਤਾਂ ਨੂੰ ਪੈਗਾਮ ਦੇਣਾ ਚਾਹ ਰਿਹਾ ਵਾਂ ਕਿ ਜ਼ਿੰਦਗੀ ਦਾ ਇੱਕ ਮਿਆਰ ਬਣਾਓ, ਤੁਹਾਡੀ ਪਹਿਚਾਣ ਉਹ ਬਣ ਜਾਏ। ਫਾਰ ਐਗਜ਼ਾਮਪਲ ਦੋਸਤ ਦਾ ਨਾਮ ਤੇ ਨਹੀਂ ਮੈਨੂੰ ਆਂਦਾ ਜਿਨ੍ਹਾਂ ਨੇ ਸੁਲਤਾਨ ਰਾਈ ਸਾਹਿਬ ਦੀ ਪਤਾ ਨਹੀਂ ਸ਼ਾਇਦ ਮੂਸਾ ਬੁੱਟਰ ਓਹੋ ਮੂਸਾ ਤੁਹਾਡਾ ਦੁਸ਼ਮਣ ਮੈਨੂੰ ਮਿਲਿਆ ਥੋੜੇ ਦਿਨ ਪਹਿਲਾਂ। ਨਹੀਂ ਮੂਸਾ ਦੇ ਥੱਲੇ ਬੈਠਾ ਹੈ। ਅੱਛਾ ਠੀਕ। ਨਹੀਂ ਮੇਰਾ ਨਾਮ ਮੂਸਾ ਬੁੱਟਰ। ਅੱਛਾ ਨਹੀਂ ਇਹਦਾ ਨਾਮ ਮੂਸਾ ਬੁੱਟਰ ਹੀ ਹੈ। ਅੱਛਾ ਨਹੀਂ ਮੈਂ ਇੱਕ ਮਿਸਾਲ ਦੇਣ ਲੱਗਾ ਸਾਂ, ਉਹ ਜ਼ਰਾ ਉਂਝ ਜ਼ਰਾ ਮਾਈਕ ਜ਼ਰਾ ਮਿਊਟ ਕਰ।
ਤੇ ਉਂਝ ਮਿਸਾਲ ਦੇਣ ਲੱਗਾ ਕਿ ਫਰਜ਼ ਕਰ ਲਓ ਕਿ ਇਹ ਮੂਸਾ ਬੁੱਟਰ ਭਾਈ ਨੇ ਤੇ ਇਹ ਅਗਰ ਸ਼ਾਹਿਦ ਦੀ ਬਰਾੜ ਤੇ ਆਉਣ ਤੇ ਇਹਨਾਂ ਦਾ ਮਿਆਰ ਇੱਕ, ਉਹ ਭਾਵੇਂ ਕੋਈ ਵੀ ਹੋਏ, ਫਾਰ ਐਗਜ਼ਾਮਪਲ ਕਿ ਬੰਦਾ ਜੀ ਗਾਲਾਂ ਕੱਢਦੇ, ਠੀਕ ਹੋ ਗਿਆ ਜੀ, ਚਲੋ ਉਹਨਾਂ ਦਾ ਆਪਣਾ ਇੱਕ ਮਿਸ਼ਨ ਹੈ ਜਾਂ ਇੱਕ ਦਾ ਆਪਣਾ ਇੱਕ ਮਜ਼ਾਜ ਹੈ ਜਾਂ ਜੋ ਵੀ ਹੈ, ਲੇਕਿਨ ਉਹ ਫਿਰ ਕਿਸੇ ਹੋਰ ਦੀ ਬਰਾੜ ਤੇ ਵੀ ਜਾਣ, ਉਹੀ ਕੰਮ ਕਰਨ ਤਾਂ ਕਿ ਉਹ ਪਹਿਚਾਨ ਬਣ ਜਾਏ। ਮੈਂ ਕਹਿ ਰਿਹਾ ਕਿ ਬਈ ਇੱਕ ਪਹਿਚਾਨ ਬਣਾਓ, ਪਹਿਚਾਨ ਇੱਕ ਹੋਣੀ ਚਾਹੀਦੀ ਏ ਕਿ ਇਹ ਬੰਦਾ ਜਿੱਥੇ ਵੀ ਹੁੰਦਾ ਵੇ ਇਹਦੀ ਪਹਿਚਾਨ ਹੈ ਵੇ ਕਿ ਇਹ ਬੰਦਾ ਇਸ ਕੰਮ ਵਾਸਤੇ ਮੁਤੱਯਨ, ਠੀਕ ਹੈ ਨਾ। ਤੇ ਆਪਣੀ ਇੱਕ ਪਹਿਚਾਨ ਬਣਾਉਣੀ ਹੈ ਅਸਾਂ ਇਨਸ਼ਾਅੱਲਾ। ਤੇ ਜੀ ਜੀ ਮੈਂ ਨਾ ਮਿਸਾਲ ਦਿੱਤੀ ਹੈ ਆਪਣੇ ਬੁੱਟਰ ਭਾਈ, ਮਾਜ਼ਰਤ ਮੈਂ ਇੱਕ ਮਿਸਾਲ ਇੱਕ ਗੱਲ ਯਾਰ ਮਿਊਟ ਕਰੀ ਮੇਰੇ ਓਕੇ ਸ਼ਾਹ ਜੀ, ਇੱਕ ਮਿੰਟ ਸ਼ਾਹ ਭਾਈ ਮਿਊਟ ਕਰਿਓ ਜੀ ਇੱਕ ਮਿੰਟ। ਮੈਂ ਸ਼ਾਹ ਜੀ ਥੋੜੇ ਦਿਨ ਪਹਿਲੇ ਨਾ ਤੁਹਾਨੂੰ ਯਾਦ ਆ ਤੁਸੀਂ ਨਵੇਂ ਆਏ ਸੀ ਤੇ ਇੱਕ ਮੈਂ ਤੁਹਾਨੂੰ ਤੁਹਾਡੀ ਡਿਬੇਟ ਵੇਖੀ ਸੀ YouTube ਤੇ, ਇੱਕ ਉਹ ਗੰਜਾ ਜਿਹਾ ਭਾਈ ਸੀ ਜਰਮਨ ਦਾ, ਇੱਥੇ ਉਹ ਮੱਲਮ ਟੈਪ ਆਪਣੇ ਆਪ ਨੂੰ ਦੱਸਦਾ ਸੀ, ਬੜੀ ਦੇਰ ਤੁਹਾਡੀ ਉਹਦੀ ਮਤਲਬ ਕਿ ਚੱਲਦੀ ਰਹੀ, ਉਹ ਹਾਰ ਗਿਆ, ਨੱਸ ਗਿਆ ਤੁਹਾਡੇ ਕੋਲ। ਮੈਂ ਨਾ ਥੋੜੇ ਦਿਨ ਪਹਿਲਾਂ ਟਿਕਟ ਕਰਾਉਣ ਗਿਆ ਸੀ ਪਾਕਿਸਤਾਨ ਵਾਸਤੇ, ਤੇ ਉਹ ਨਾ ਉੱਥੇ ਬੈਠਾ ਸੀ, ਟਿਕਟ ਕਰਾਉਣ ਆਇਆ ਸੀ। ਮੈਂ ਜਦੋਂ ਉਹਨੂੰ ਵੇਖਿਆ ਨਾ ਮੈਂ ਪਛਾਣ ਲਿਆ, ਮੈਂ ਤੁਹਾਡੇ YouTube ਚੈਨਲ ਤੇ ਉਹਨੂੰ ਦੇਖਿਆ ਸੀ, ਮੈਂ ਪਛਾਣ ਲਿਆ। ਮੈਂ ਕਿਹਾ ਓਏ ਤੂੰ, ਉਹ ਮੈਂ ਕਹਿੰਦਾ ਮੈਂ ਵੀ ਟਿਕਟ ਕਰਾਉਣਾ। ਮੈਂ ਕਿਹਾ ਮੈਂ ਸੱਦਾ ਮੁਫਤੀ ਸਾਹਿਬ ਨੂੰ ਮੈਨੂੰ ਕਹਿੰਦਾ ਜਾ ਮੇਰੀ ਜਾਨ ਛੱਡ, ਬਾਹਰ ਨਿਕਲ। ਉੱਥੇ ਉਹਨਾਂ ਨੂੰ ਕਹਿੰਦਾ ਇਹਨੂੰ ਬਾਹਰ ਕੱਢੋ, ਉਹਨਾਂ ਮੈਨੂੰ ਬਾਹਰ ਕੱਢ ਬਾਹਰ ਕੱਢ ਦਿੱਤਾ ਉੱਥੋਂ, ਉੱਥੇ ਨਾ ਤੁਹਾਡਾ ਨਾਂ ਲਿਆ ਸੀ। ਹਾਂ ਜਜ਼ਾਕੱਲਾ, ਬੜੀ ਤੁਸੀਂ ਇਨਫੋਰਮੇਸ਼ਨ ਦਿੱਤੀ ਏ। ਤੇ ਗੱਲ ਇਹ ਵੇ ਕਿ ਇੱਧਰ ਵੇਖੋ ਨਾ, ਪਹਿਚਾਨ ਦੀ ਗੱਲ ਹੋ ਰਹੀ ਸੀ, ਵੇਖਿਆ ਜੀ ਨਾ। ਹੁਣ ਉਹ ਬੁੱਟਰ ਭਾਈ ਕੀ ਤਾਰਫ ਕਰਾ ਰਹੇ ਨੇ ਮੁਫਤੀ ਮੁਬਸ਼ਰ ਸ਼ਾਹ ਦਾ ਕਿ ਉਹ ਫਲਾਂ, ਮੈਂ ਤੁਹਾਡੀ ਚੈਨਲ ਵੇਖਿਆ ਸੀ ਤੇ ਉੱਥੇ ਉਹ ਜ਼ਾਹਿਦ ਖਾਨ ਕਜ਼ਾਬ ਦਾ ਤਾਰਫ ਪੇਸ਼ ਹੋਇਆ ਸੀ, ਉਹਨੂੰ ਮੈਂ ਫਿਰ 에ਅਰਪੋਰਟ ਤੇ ਵੇਖਿਆ ਜਾਂ ਜਿੱਥੇ ਵੀ, ਤੇ ਮੈਂ ਫਿਰ ਕਰਾਉਣ ਗਿਆ ਸੀ, ਟਿਕਟ ਕਰਾਉਣ ਗਿਆ ਸੀ ਪਾਕਿਸਤਾਨ ਵਾਸਤੇ ਨਾ, ਤੇ ਉੱਥੇ ਉਹ ਬੈਠਾ ਸੀ ਤੇ ਮੈਂ ਫੜ ਲਿਆ, ਮੈਂ ਪਛਾਣ ਲਿਆ। ਮੈਂ ਉਸੇ ਟਾਈਮ ਮੈਂ ਕਿਹਾ ਤੂੰ ਤੇ ਉਹ ਹੀ ਨਹੀਂ, ਉਹ ਜਿਹੜਾ ਉਹ ਸ਼ਾਹ ਸਾਹਿਬਰਾ ਤੋਂ ਭੱਜਿਆ ਸੀ, ਤੇ ਉੱਥੇ ਉਹਨਾਂ ਨੂੰ ਜਿਹੜੀ ਉੱਥੇ ਸੀ ਨਾ ਮਤਲਬ ਕਿ ਉਹਨਾਂ ਦੀ ਸਿਕਿਉਰਿਟੀ ਉਹਨੂੰ ਕਹਿੰਦਾ ਇਹਨੂੰ ਬਾਹਰ ਕੱਢੋ, ਉਹਨਾਂ ਫਿਰ ਮੈਨੂੰ ਬਾਹਰ ਕੱਢ ਦਿੱਤਾ ਉੱਥੋਂ। ਮੈਂ ਕਿਹਾ ਮੈਂ ਬੁਲਾਵਾਂ, ਉਹ ਮੈਨੂੰ ਉਹਦਾ ਬਾਹਰ ਕੱਢ ਦਿੱਤਾ। ਮੈਂ ਤੁਹਾਡਾ ਨਾਂ ਲਿਆ ਨਾ ਉੱਥੇ, ਤੇ ਉਹਨਾਂ ਕਿਹਾ ਬਾਹਰ ਕੱਢੋ ਇਹਨੂੰ, ਇਹ ਰੌਲਾ ਪਾਉਂਦਾ। ਇਹ ਪਹਿਚਾਨ ਹੈ ਤੁਹਾਡੀ, ਸਹੀ ਕਰ ਜੀ 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 जज़ाकल्लाह। तो गुजारिश है वे दोस्तों, मेरे तमाम मोहतरम सामीन, हाजरीन और मेरे भराओ भैनों, तो गुजारिश है वे कि ਜਿਹੜਾ ਖਤਮੇ ਨਬੂਵਤ ਦਾ ਕੰਮ ਹੈ ਨਾ ਜੀ, ਇਹ ਬੜਾ ਅਜ਼ਮਤ ਵਾਲਾ ਕੰਮ ਹੈ ਤੇ ਆਪਣੀ ਜ਼ਿੰਦਗੀ ਦਾ ਮਿਸ਼ਨ ਜਿਹੜਾ ਨਾ, ਮੈਂ ਤੇ ਸਮਝਣਾ ਇਹੋ ਹੀ ਬਣਾ ਲਓ ਤੇ ਬਿਹਤਰ ਹੈ। ਕਿਉਂਕਿ ਪੀਰ ਮੇਹਰ ਅਲੀ ਸ਼ਾਹ ਰਹਿਮਤੁल्लाह अलैह ਫਰਮਾਉਂਦੇ ਨੇ, ਜਿਹੜਾ ਖਤਮੇ ਨਬੂਵਤ ਦਾ ਕੰਮ ਕਰਦਾ ਉਹਦੇ ਪੁਸ਼ਤ ਦੇ ਪਿੱਛੇ ਮੇਰੇ ਆਕਾ ਸੱਲੱਲਾਹੁ ਅਲੈਹਿ ਵਸੱਲਮ ਦਾ ਦਸਤੇ ਸ਼ਫਕਤ ਹੁੰਦਾ ਹੈ। ਆਪਣੀ ਜ਼ਿੰਦਗੀ ਦਾ ਇੱਕ ਮਿਸ਼ਨ ਬਣਾਓ ਯਾਰ, ਤੇ ਛੱਡ ਦਿਓ ਇੱਧਰ ਉੱਧਰ ਦੀ ਕਰਨੀ ਹੀ ਨਹੀਂ। ਜਿਹੜਾ ਬੰਦਾ ਪਤਾ ਕੀ ਹੈ, ਜਦੋਂ ਰੋਲਾ ਪਿਆ ਹੋਵੇ ਨਾ, 5-7 ਬੰਦੇ ਹੋਣ ਤੇ ਰੋਲਾ ਪੈ ਗਏ, ਤੇ ਉਹ ਜਿਹੜਾ ਬੰਦਾ ਹੁੰਦਾ ਹੈ ਨਾ, ਜਿਹੜਾ ਵਿੱਚ ਇਹ ਕਹਿ ਰਿਹਾ ਹੁੰਦਾ ਹੈ, ਉਹ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ, ਉਹ ਅਗਰ ਚੁੱਪ ਹੋ ਜਾਏ ਨਾ ਤੇ ਰੋਲਾ ਖਤਮ ਹੋ ਜਾਂਦਾ। ਸਭ ਤੋਂ ਜ਼ਿਆਦਾ ਰੋਲਾ ਉਹਦਾ ਹੁੰਦਾ ਹੈ ਜਿਹੜਾ ਕਹਿੰਦਾ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ ਚੁੱਪ ਕਰੋ। ਤੇ ਇਹ ਨਾ ਅਸੀਂ ਬਰਾਡਾਂ ਜਿਹੜੀਆਂ ਸ਼ੁਰੂ ਕਰਨੀਆਂ ਨਾ, ਨਹੀਂ ਜ਼ਾਤੀਆਤ ਤੇ ਅਸੀਂ ਨਹੀਂ ਕਰਨੀਆਂ, ਤੇ ਨਹੀਂ ਇਹ ਬਰਾੜ ਵੀ ਨਹੀਂ ਕਰਨੀ, ਜਿਹੜੀਆਂ ਮੌਜੂ ਕੌਮ ਨੂੰ ਦੇ ਨਹੀਂ ਕੌਮ ਦੀ ਤਵੱਜੋ ਉਧਰ ਜਾਏ ਨਹੀਂ। ਅਗਰ ਬਰਾੜ ਦੇ ਵਿੱਚ ਕਦੀ ਇੰਜ ਦਾ ਮਸਲਾ ਕੋਈ ਛਿੜ ਜਾਏ, ਉਸੇ ਟਾਈਮ ਉਹਨੂੰ ਚੁੱਪ ਕਰਾ ਦਿਓ, ਬਾਈ ਤੇਰੀ ਮਿਹਰਬਾਨੀ, ਸਾਡਾ ਮੌਜੂ ਹੀ ਨਹੀਂ ਹੈ, ਸਾਡਾ ਮੌਜੂ ਹੈ ਕਿ ਤੁਰਿਆ ਆਵੇ, ਇਹਨੂੰ ਹੀ ਜ਼ਰਾ ਟੁਰਿਆ ਰਹਿਣ ਦਿਓ, ਮਿਹਰਬਾਨੀ ਕਰੋ। ਇਹ ਕਰਨਾ ਅਸਾਂ ਕੰਮ। ਤੇ ਬਕਾਇਆ ਹੈ ਕਿ ਫਜ਼ੂਲ ਲੋਕ ਨੇ ਨਾ, ਉਹਨਾਂ ਦੀ ਕੋਈ ਵਿਚਾਰਿਆਂ ਦੀ ਕੋਈ ਜਾਣ ਪਹਿਚਾਣ ਨਾ, ਕੋਈ ਮਤਲਬ ਉਹਨਾਂ ਦੀ ਉਹ ਨਾ ਅਸਲ ਚ ਕਾਦੀਆਨੀ ਏਜੰਟ ਨੇ, ਉਹਨਾਂ ਨੇ ਉਹ ਇਸਲਾਮ ਦੇ ਲਿਬਾਤੇ ਵਿੱਚ ਉਹਨਾਂ ਨੇ ਬਿਠਾਏ ਨੇ ਇੱਥੇ ਕੋਈ ਟਿਕ ਟਾਕ ਤੇ ਕੋਈ 4 ਬੰਦੇ ਆਪਣੇ, ਤੇ ਮਿਸ਼ਨ ਹੈ ਇਹ ਕਿ ਬਸ ਇਹਨਾਂ ਨੂੰ ਨਾ ਆਪਣੇ ਮੌਜੂ ਤੋਂ ਹਟਾ ਦਿਓ ਕਿਸੇ ਤਰੀਕੇ, ਤੇ ਨਾ ਰਵੇ ਬਾਂਸ ਤੇ ਨਾ ਵੱਜੇ ਬਾਂਸਰੀ, ਤੇ ਜਿੰਨਾ ਤੀਕਰ ਇਹਨਾਂ ਨੇ ਮਿਰਜ਼ੇ ਕਾਦੀਆਨੀ ਦੇ ਖਿਲਾਫ ਬੋਲਣਾ ਹੈ, ਆਪਸ ਦੇ ਵਿੱਚ ਬਸ ਲੜਦੇ ਰਹਿਣ, ਬਸ ਉਹਨਾਂ ਦਾ ਹੈ ਨਾ ਮਿਸ਼ਨ ਜਿਹਾ। ਤੇ ਤੁਸੀਂ ਦੁਸ਼ਮਣ ਨੂੰ ਆਪਣੇ ਮਿਸ਼ਨ ਦੇ ਵਿੱਚ ਕਾਮਯਾਬ ਨਹੀਂ ਹੋਣ ਦੇਣਾ ਜੀ। ਮੁਫਤੀ ਸਾਹਿਬ, ਮੈਂ ਮਾਜ਼ਰਤ ਚਾਹੁੰਦਾ ਤੁਹਾਡੀ ਗੱਲ ਕਤਾ ਕਲਾਮੀ ਕਰਨਾ ਪਿਆ। ਮੈਂ ਨਾ ਪਿਛਲੇ 4-5 ਦਿਨ ਤੋਂ ਉਧਰ ਵੀ ਦੇਖਣਾ ਸਾ ਪਿਆ, ਇੱਧਰ ਵੀ ਦੇਖਣਾ ਪਿਆ, ਤੇ ਮੈਂ ਜਦੋਂ ਮਾਸ਼ਾਅੱਲਾ ਹਾਜਤ
ਸਾਹਿਬ ਇੱਥੇ ਬੈਠੇ ਦੇ ਨੇ, ਤੇ ਇਹਨਾਂ ਦੇ ਨਾਲ ਨਾ ਮੈਂ ਕਮਿਟਮੈਂਟ ਕੀਤੀ ਸੀ ਜਦੋਂ ਇਹਨਾਂ ਨੇ ਇਸਲਾਮ ਕਬੂਲ ਕੀਤਾ ਨਾ, ਤੇ ਮੈਂ ਇਹਨਾਂ ਨੂੰ ਕਿਹਾ ਸੀ, ਮੈਂ ਕਿਹਾ ਤੁਹਾਨੂੰ ਮੈਂ ਆਪਣੀ ਲਾਈਫ ਤੇ ਬੁਲਾਸਾਂ ਤੇ ਤੁਹਾਡਾ ਇੰਟਰਵਿਊ ਕਰਸਾਂ, ਲੇਕਿਨ ਕੁਝ ਆਪਣੀ ਜ਼ਾਤੀਅਤ ਮਸਰੂਫੀਅਤ ਤੇ ਕੁਝ ਇਹਨਾਂ ਦੀ ਮਸਰੂਫੀਅਤ ਦੀ ਵਜ੍ਹਾ ਤੋਂ ਉਹ ਸਿਸਟਮ ਨਹੀਂ ਸੀ ਚੱਲ ਸਕਿਆ। ਲੇਕਿਨ ਫਿਰ ਮੈਂ ਉਹਨਾਂ ਕੀ ਕਹਿੰਦੇ ਨੇ ਉਧਰ ਇੱਕ ਮੈਂ ਉਧਰ ਵੀ ਦੇਖਿਆ ਤੇ ਇੱਧਰ ਵੀ ਦੇਖਿਆ, ਤੇ ਅੱਜ ਮੇਰੇ ਖਿਆਲ ਨਾਲ ਇਹ ਉਹ ਟਾਈਮ ਸੀ ਕਿ ਮੈਂ ਦੋਵਾਂ ਪਾਰਟੀਆਂ ਨੂੰ ਨਾ ਇੱਕ ਮੌਕਾ ਦਿੱਤਾ ਕਿ ਖਵਾਜਾ ਸਾਹਿਬ ਨੂੰ ਮੈਂ ਆਪਣੀ ਲਾਈਫ ਤੇ ਬੁਲਾਉਣਾ, ਤੇ ਉਹਨਾਂ ਕੋਲ ਜਿਹੜੇ ਤੁਹਾਡੇ ਸਵਾਲ ਹੈ ਨੇ ਨਾ, ਤੁਸੀਂ ਇੱਕ ਤਹਿਜ਼ੀਬ ਦੇ ਦਾਇਰੇ 'ਚ ਰਹਿ ਕੇ ਉਹਨਾਂ ਕੋਲੋਂ ਪੁੱਛ ਲਵੋ, ਠੀਕ ਹੈ, ਤਹਿਜ਼ੀਬ ਦੇ ਦਾਇਰੇ 'ਚ ਰਹਿ ਕੇ। ਤੇ ਕਾਫੀ ਮੈਂ ਤਕਰੀਬਨ ਕੋਈ ਘੰਟਾ 1.5 ਘੰਟਾ ਉਹਨਾਂ ਨਾਲ ਗੁਫ਼ਤਗੂ ਕੀਤੀ ਹੈ ਖਵਾਜਾ ਸਾਹਿਬ ਨਾਲ। ਗੱਲ ਹੈ ਵੇ ਸ਼ਾਹਿਦ ਭਾਈ, ਕਿਉਂ ਉਹ ਜਿਹੜੀ ਸੈਕੰਡ ਪਾਰਟੀ ਏ ਉਹ ਕੀ ਜੇ, ਮਤਲਬ ਕੀ ਉਹਨੂੰ ਇੰਨੀ ਅਹਿਮੀਅਤ ਕਿਉਂ ਦਿੰਦੇ ਹੋ? ਫਿਰ ਮੈਨੂੰ ਤੇ ਅੱਜ ਤੱਕ ਨਹੀਂ ਆ ਕੋਈ ਸਮਝ ਨਹੀਂ ਆਈ, ਕਿਉਂ ਮਤਲਬ ਤੁਸੀਂ ਉਹਨੂੰ ਬਾਰ-ਬਾਰ ਅਹਿਮੀਅਤ, ਬਾਰ-ਬਾਰ ਸਾਰੇ ਦੋਸਤ ਵਜ੍ਹਾ ਕਿਆ ਇੰਨਾ ਹੀ ਟਾਈਮ ਤੁਹਾਡੇ ਕੋਲ ਫਾਲਤੂ ਵੇ? ਜਾਂ ਮੁਫਤੀ ਸਾਹਿਬ ਅੱਜ ਤੋਂ ਬਾਅਦ ਮੈਂ ਜੋ ਕਰਨਾ ਸੀ ਨਾ ਮੈਂ ਕਰ ਛੜਿਆ। ਮੈਂ ਇੱਕ ਮੌਕਾ ਪ੍ਰੋਵਾਈਡ ਕੀਤਾ ਸੀ ਕਿ ਜਿਹੜੀਆਂ ਤੁਹਾਡੀਆਂ ਤਲਖੀਆਂ ਨੇ ਤੁਸੀਂ ਆਮਣੇ ਸਾਹਮਣੇ ਬਹਿ ਕੇ ਖਤਮ ਕਰ ਲਓ, ਤੇ ਜਿਹੜਾ ਬੰਦਾ ਆਇਆ ਉਹਦੀ ਮਿਹਰਬਾਨੀ, ਜਿਹੜਾ ਨਹੀਂ ਫੇਰ ਤਲਖੀਆਂ ਉਹ ਭਾਈ ਇਹ ਤੇ ਨਹੀਂ ਖਤਮ ਹੋਣੀਆਂ। ਉਹ ਜਿਹੜਾ ਮਿਸ਼ਨ ਇੱਕ ਕਾਸ਼ਨ ਉਹਨਾਂ ਨੂੰ ਪਿੱਛੋਂ ਮਿਲਿਆ ਉਹ ਕਾਦੀਆਨੀ ਨੇ, ਉਹਨਾਂ ਨੂੰ ਕਾਸ਼ਨ ਹੀ ਇਹ ਮਿਲਿਆ ਕਿ ਉਹ ਨਾ ਤਲਖੀਆਂ ਵਧਾ ਕੇ ਰੱਖਣ, ਯਾਨੀ ਜ਼ਖਮ ਨੂੰ ਸੁੱਕਣ ਨਹੀਂ ਦੇਣਾ, ਹਰਾ ਕਰਕੇ ਰੱਖਣਾ ਹੈ, ਉਹਨੂੰ ਖਰੀਦ ਦਿਓ। ਫੇਰ ਉਹ ਤੇ ਹਰ ਦੂਜੇ ਦਿਨ ਇਹਨਾਂ ਨੇ ਕਰਨਾ ਹੈ, ਤੇ ਫਿਰ ਤਲਖੀਆਂ ਖਤਮ ਕਰੋਗੇ ਤੁਸੀਂ ਤੇ ਫਿਰ ਐਸੇ ਕੰਮੀ ਪਏ ਰਹੇ ਨਾ ਜੀ। ਤੇ ਉਹ ਐਵੇਂ ਯਕੀਨ ਜਾਨੋ ਬੜਾ ਮਨ ਕਰਦਾ ਕਿ ਤੁਹਾਡੀ ਬਰਾੜ ਤੇ ਆਵਾਂ ਜਾਂ ਹੋਰ ਦੀਗਰ ਦੋਸਤ ਨੇ ਉਹਨਾਂ ਦੀਆਂ ਬਰਾਡਾਂ ਤੇ ਜਾਵਾਂ। ਆਪਣੇ ਖਵਾਜਾ ਦੀ ਵੀ ਬਰਾੜ ਤੇ ਵੀ 1-2 ਵਾਰੀ ਜਾਣ ਤੇ ਬੜਾ ਦਿਲ ਕੀਤਾ, ਮੈਂ ਇਹਨਾਂ ਨੂੰ ਲਾਈਵ ਵੇਖਿਆ, ਲੇਕਿਨ ਬੜੇ ਅਫਸੋਸ ਨਾਲ ਉੱਥੇ ਮੌਜੂ ਉਂਝ ਦਾ ਛਿੜਿਆ ਹੁੰਦਾ ਹੈ ਜਿਹੜੇ ਮੇਰੇ ਮਜ਼ਾਜ ਦੇ ਮੁਆਫਕ ਨਹੀਂ ਹੈ। ਹੁਣ ਮੈਂ ਕੀ ਕਰਾਂ ਦੱਸੋ ਨਾ, ਮੈਂ ਤੇ ਨਹੀਂ ਉਹ ਮਤਲਬ ਬਲਦੀ ਅੱਗ ਦੇ ਵਿੱਚ ਛਲਾਂਗ ਲਾ ਸਕਦਾ ਨਾ, ਕਿਉਂਕਿ ਉਹ ਮੇਰੇ ਮਜ਼ਾਜ ਦੇ ਮੁਤਾਬਕ ਨਹੀਂ ਉਹ ਮੌਜੂ, ਮੈਂ ਕਿਉਂ ਜਾਵਾਂ ਬਾਈ। अस्सलाम वालेकुम उस्ताद जी, ਕੀ ਹਾਲ? ਠੀਕ ਠਾਕ ਜੀ ਅਲਹਮਦੁਲਿਲਾ। ਮੈਂ ਇੱਕ ਚੀਜ਼ ਨੋਟਿਸ ਕੀਤੀ ਹੈ ਨਾ ਮੁਫਤੀ ਸਾਹਿਬ, ਗੱਲ ਇਹ ਹੈ ਕਿ ਵੀ ਜਿਤਨੇ ਵੀ ਸਾਡੇ ਮੈਜੋਰਟੀ ਬੰਦੇ ਬੈਂਦੇ ਨੇ ਨਾ ਮੇਰੇ ਟੱਚ ਨੇ ਜਿਹੜੇ, ਉਹ ਉਹਨਾਂ ਸਭ ਦੀਆਂ ਫੈਮਲੀਆਂ ਜਿਹੜੀਆਂ ਨੇ ਨਾ ਉਸ ਬੰਦੇ ਦੇ ਕੋਲ ਮੌਜੂਦ ਨੇ, ਤੇ ਡਰਦੇ ਇਸੀ ਵਜ੍ਹਾ ਦੇ ਨਾਲ ਨੇ ਕਿ ਉਹ ਫੋਟੋਆਂ ਲਾ ਕੇ ਗਾਲਾਂ ਕੱਢਦਾ ਹੈ। ਫੈਮਿਲੀ ਟਾਰਗੇਟ ਟਿਕਟੋਕ ਤੇ ਹੁੰਦੀ ਹੈ, ਤੇ ਜਦੋਂ ਇੱਕ ਵਾਰੀ ਟਿਕਟੋਕ ਤੇ ਫੈਮਿਲੀ ਆ ਜਾਂਦੀ ਹੈ ਨਾ ਤੇ ਹਰ ਵਕਤ ਉਹ ਰਹਿੰਦੀ ਹੈ। ਤਾਂ ਅੱਛਾ ਇਹ ਵੇ 1 ਮਿੰਟ ਜ਼ਰਾ ਰੁਕਿਆ ਜੇ, ਮਾਈਕ ਜ਼ਰਾ ਖਵਾਜਾ ਮਿਊਟ ਕਰੋ। ਗੱਲ ਹੈ ਹੁਣ ਫਿਰ ਉਹੀ ਮੌਜੂ ਸ਼ੁਰੂ ਹੋਣ ਲੱਗਾ। ਹੁਣ ਇਹਦੇ ਉੱਤੇ ਬਹਿ ਕੇ ਅਸੀਂ 2-3 ਘੰਟੇ ਆਰਾਮ ਨਾਲ ਗੁਫ਼ਤਗੂ ਕਰ ਸਕਦੇ ਹਾਂ। ਉਹਨੇ ਇੰਜ ਕੀਤਾ, ਉਹਨੇ ਇੰਜ ਕੀਤਾ, ਉਹ ਇੰਜ ਵੇ ਤਸਵੀਰਾਂ ਨੇ, ਇਹ ਹੈ ਉਹ ਹੈ। ਹੁਣ ਮੁੱਕਦੀ ਗੱਲ ਮੈਂ ਮੁਕਾਉਣ ਲੱਗਾ ਕਿ ਹੁਣ ਵੇਖੋ ਨਾ, ਨਾ ਚਾਹਤੇ ਹੋਏ ਵੀ ਮੈਂ ਉਸ ਜਿਹੜਾ ਮੇਰਾ ਮਿਸ਼ਨ ਹੀ ਨਹੀਂ ਉਹਦੇ ਵਿੱਚ ਮੈਂ ਗੁਫ਼ਤਗੂ ਕਰ ਰਿਹਾ, ਨਾ ਚਾਹਤੇ ਹੋਵੇ। ਯਾਨੀ ਇਹ ਵੇ ਉਹ ਦਲਦਲ ਕਿ ਜਿਹਦੇ ਚ ਬੰਦਾ ਫਸ ਜਾਏ ਨਾ, ਨਿਕਲਣਾ ਮੁਸ਼ਕਲ ਹੁੰਦਾ ਹੈ। ਜਿਹੜੀ ਚੀਜ਼ ਦਾ ਦਰਵਾਜ਼ਾ ਅਸੀਂ ਬੰਦ ਕਰਨਾ ਚਾਹ ਰਹੇ ਹਾਂ ਉਹ ਫੇਰ ਖੁੱਲ ਗਈ, ਵੇਖਿਆ ਜਨ। ਉਹ ਬਾਬਾ ਜੀ ਮੁਖਤਸਰ ਮੈਂ ਗੱਲ ਕਰਾਂਗਾ, ਜ਼ਿਆਦਾ ਨਹੀਂ ਮੈਂ ਇਹਦੇ ਤੇ ਗੱਲ ਕਰਨੀ ਨਾ ਬਾਈ। ਗੱਲ ਐ ਵੇ ਕਿ ਤਸਵੀਰਾਂ ਨੇ ਤੇ ਫਿਰ ਕੀ ਹੋਇਆ ਯਾਰ, ਮੁਫਤੀ ਮੁਬਸ਼ਰ ਸ਼ਾਹ ਉਹੀ ਬੰਦਾ ਹੈ, ਸਭ ਤੋਂ ਪਹਿਲੇ ਇਹਦੀ ਫੈਮਿਲੀ ਟਾਰਗੇਟ ਹੋਈ ਏ। ਪਹਿਲੇ ਮੁਫਤੀ ਮੁਬਸ਼ਰ ਸ਼ਾਹ ਸੱਚੀ ਬਾਤ ਨਾਮ ਦੀ ਆਈਡੀ ਤੇ ਉਹਨੇ 8-10 ਸਾਲ ਕੰਮ ਕੀਤਾ ਨਾ। ਸਾਰੇ ਲੋਕ ਮੁਫਤੀ ਮੁਬਸ਼ਰ ਨੂੰ, ਉਹਨਾਂ ਨੂੰ ਪਤਾ ਹੀ ਨਹੀਂ ਸੀ ਇਹ ਬੰਦਾ ਦਾੜੀ ਵਾਲਾ ਹੈ, ਦਾੜੀ ਮੁੰਡਾ ਹੈ, ਸੈयद ਹੈ ਜਾਂ ਇਹਦੀ ਜ਼ਾਤ ਕੀ ਹੈ, ਆਲਿਮ ਹੈ ਜਾਂ ਗੈਰ ਆਲਿਮ ਹੈ, ਸਭ ਸੱਚੀ ਬਾਤ ਭਾਈ ਕਹਿੰਦੇ ਸਨ। ਲੇਕਿਨ ਇੱਕ ਦਫਾ ਕੀ ਹੋਇਆ ਕਿ ਕਾਦੀਆਨੀਆਂ ਨੇ ਮੇਰਾ ਪੂਰਾ ਡਾਟਾ ਸੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤਾ। ਮੇਰੀ ਫੈਮਿਲੀ ਦੀਆਂ ਤਸਵੀਰਾਂ, ਉਹਨਾਂ ਸ਼ਨਾਖਤੀ ਕਾਰਡ ਨੰਬਰ, ਫੋਨ ਨੰਬਰ, ਘਰ ਦਾ ਪਤਾ, ਬਲਾ 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 ਹਰ ਚੀਜ਼ ਆ ਗਈ। ਯਕੀਨ ਮੰਨਿਓ ਮੁਫਤੀ ਮੁਬਸ਼ਰ ਸ਼ਾਹ ਦਾ ਉਹ ਟਰਨਿੰਗ ਪੁਆਇੰਟ ਸੀ, ਅੱਲਾ ਦੀ ਤਰਫੋਂ ਹੋਇਆ ਸੀ। ਉਹ ਉਸ ਦਿਨ ਦਾ ਮੁਫਤੀ ਨੇ ਕਿਹਾ ਕਿ ਚੱਲ ਫਿਰ ਹੁਣ ਇੰਜ ਤੇ ਫਿਰ ਇੰਜ ਹੀ ਸਹੀ। ਫਿਰ ਹਰ ਚੀਜ਼ ਖੁੱਲ ਕੇ ਸਾਹਮਣੇ ਆਈ ਕਿ ਮੈਂ ਮੁਫਤੀ ਹਾਂ, ਮੈਂ ਆਲਿਮ ਹਾਂ, ਮੈਂ ਮੁਬਸ਼ਰ ਸ਼ਾਹ ਹਾਂ, ਮੈਂ ਸੈयदਜ਼ਾਦਾ ਹਾਂ, ਮੇਰੀ ਇਹ ਤਸਵੀਰ ਜੇ, ਇਹ ਮੇਰਾ ਘਰ ਦਾ ਪਤਾ ਜੇ, ਕਰ ਲੋ ਜੋ ਕਰਨਾ ਜੇ। यार नसीने में बादे मुखालफ से ना घबरा, ए उकाब ये तो चलती है तुझे ऊंचा उड़ाने के लिए। यार की तस्वीर हो गई, तस्वीर वायरल हो गई, फैमिली की फैमिली, व्हाट इज फैमिली टारगेट भाई की हुंदा है, की हो गया, मतलब इहदे नाल की होएगा। मेरी मां नूं आके कोई गाल कढ़दा है
ਹਾਂਜੀ ਤੇ ਕੀ ਹੋਇਆ ਇਹਦੇ ਨਾਲ? ਕੀ ਹੋਏਗਾ ਜੀ? ਕੁਝ ਹੋਏਗਾ? ਜਾਂ ਮੇਰੀ ਮਾਂ ਤੇ ਕੋਈ ਫਰਕ ਪਏ ਜਾਂ ਮੁਬਸ਼ਰ ਸ਼ਾਹ ਦੇ ਉੱਤੇ ਕੋਈ ਫਰਕ ਪਏ? ਯਾਰ ਮੇਰੀ ਭੈਣ ਮਾਂ ਬੇਟੀ ਦੀਆਂ ਕੋਈ ਤਸਵੀਰਾਂ ਕਰੇ ਵਾਇਰਲ, ਕੀ ਹੋਏਗਾ? ਕੀ ਕੁਝ ਵੀ ਨਹੀਂ ਹੋਣਾ, ਕੱਖ ਵੀ ਨਹੀਂ ਹੋਣਾ। ਤੇ ਐਵੇਂ ਨਹੀਂ ਇੰਨਾ ਲੈ ਲਈਦਾ ਹੁੰਦਾ ਸਿਰ ਪੀੜ ਯਾਰ, ਸਿਰ ਪੀੜੀ ਬਣ ਗਈ ਹੈ ਯਾਰ। ਉਹ ਤੇ ਬੇਹਜ਼ਾਰ ਲੋਕ ਨੇ, ਉਹਨਾਂ ਨੇ ਤੇ ਕਰਨਾ ਹੀ ਇਹੋ ਹੀ ਹੈ। ਤੁਸੀਂ ਭਾਵੇਂ ਗਿੱਟੇ ਗੋਡੇ ਜੋੜ ਲਓ, ਜੋ ਮਰਜ਼ੀ ਹੋ ਸਕਦਾ ਤੁਹਾਡੇ ਕੋਲ ਕਰ ਲਓ, ਤੇ ਉਹਨਾਂ ਨੇ ਉਹੀ ਕੰਮ ਕਰਨਾ। ਕਿਉਂਕਿ ਸੱਪ ਦਾ ਕੰਮ ਹੈ ਡਸਣਾ, ਬਿੱਛੂ ਦਾ ਕੰਮ ਹੈ ਡੰਗ ਮਾਰਨਾ। ਉਹਨੇ ਆਪਣੀ ਫਿਤਰਤ ਤੋਂ ਬਾਅਦ ਆਣਾ ਹੀ ਨਹੀਂ। ਤੁਸੀਂ ਕਿੰਜ ਮਤਲਬ ਹੈ, ਤੁਸੀਂ ਹੁਣ ਬਰਾਡਾ ਕਰ ਕਰਕੇ ਆਪਣਾ ਵਕਤ ਬਰਬਾਦ ਕਰ ਕਰਕੇ, ਮਤਲਬ ਜਿਹੜਾ ਤੁਹਾਡਾ ਮਿਸ਼ਨ ਸੀ ਉਸ ਮਿਸ਼ਨ ਤੋਂ ਤੁਹਾਨੂੰ ਉਹਨਾਂ ਨੇ ਰੋਕ ਛੜੇ। ਉਹ ਛੱਡੋ ਯਾਰ, ਉਹਨਾਂ ਨੂੰ ਆਪਣੇ ਉਹਨਾਂ ਦਾ ਨਾਂ ਹੀ ਨਾ ਲਵੋ। ਕਦੀ ਮੇਰੇ ਮੂੰਹ ਸੁਣਿਆ ਜੇ ਉਹਨਾਂ ਦੇ ਨਾਮ? ਕਦੀ ਸੁਣਿਆ ਹੋਵੇ? ਬਲਕਿ ਇੱਕ ਅੱਧ ਦਫਾ ਹੋਇਆ ਹੈ ਕਿਸੇ ਨੇ ਆ ਕੇ ਨਾਮ ਲਿਆ ਤੇ ਮੈਂ ਕਿਹਾ ਇਹ ਕੌਣ ਹੈ? ਯਾਨੀ ਇਹਦੇ ਚ ਉਹਦੀ ਤਜ਼ਲੀਲ ਹੀ ਇੰਨੀ ਹੈ ਕਿ ਅਸੀਂ ਤੈਨੂੰ ਜਾਣਦੇ ਹੀ ਨਹੀਂ ਹੈ, ਤੂੰ ਹੈ ਕੀ ਸ਼ੈ ਹੈ? ਮੈਂ ਕਿਹਾ ਉਹ ਕੌਣ ਹੈ ਜੀ? ਮੈਂ ਤੇ ਨਹੀਂ ਜਾਣਦਾ। ਕੋਈ ਇੰਜ ਦੇ ਕੰਮ ਕਰਿਆ ਕਰੋ, ਇੰਨਾ ਨਾ ਦਿਆ ਕਰੋ ਯਾਰ ਅਗਲੇ ਨੂੰ। ਤੁਸੀਂ ਇਹਨੂੰ ਯਾਰ ਜੱਬ ਹੀ ਪੈ ਗਈ ਹੈ ਯਾਰ, ਮੁੱਕਦੀ ਹੋਈ ਕੋਈ ਨਹੀਂ। ਜਿੱਦਣ ਦਾ ਮੈਂ ਆਇਆ ਟਿਕਟਾਕ ਤੇ ਇਹ ਰੋਲਾ ਹੀ ਨਹੀਂ ਮੁੱਕਦਾ ਪਿਆ। ਅੱਲਾ ਦੀ ਕਸਮ ਹੈ, ਹੱਦ ਹੋ ਗਈ ਯਾਰ। ਛੱਡ ਦਿਓ ਯਾਰ, ਚੰਗੇ ਭਲੇ ਤੁਸੀਂ ਰੱਦੇ ਕਾਦੀਆਨੀਅਤ ਦੇ ਕੰਮ ਕਰਦੇ ਹੋ ਪਏ। ਸਾਡੇ ਮੁੰਡੇ ਮਸਰੂਫ ਕਰ ਚੜੇ ਨੇ ਉਹਨਾਂ ਨੇ ਇਹਨਾਂ ਚੱਕਰਾਂ 'ਚ। ਪੂਰੀ ਰਾਤਾਂ ਬਹਿੰਦੇ ਨੇ, ਇੰਨਾ ਟਾਈਮ ਹੈ ਤੁਹਾਡੇ ਕੋਲ ਯਾਰ। ਇੰਨੇ ਗਲੇ ਨੇ ਤੁਹਾਡੇ ਕੋਲ ਕਿ ਤੁਸੀਂ ਨਾ ਹੀ ਥੱਕਦੇ ਹੋ ਨਾ ਹੀ ਅੱਕਦੇ ਹੋ, ਤੇ ਟਰੱਕ ਦੀ ਬੱਤੀ ਦੇ ਪਿੱਛੇ ਟੁਰਦੇ ਹੋ ਪਿਓ। ਦੁਸ਼ਮਣ ਤੁਹਾਨੂੰ ਚਾਹੁੰਦਾ ਹੀ ਐ ਵੇ ਪਿਆ। ਉਹ ਯਾਰ ਥੋੜਾ ਜਿਹਾ ਹੋਸ਼ ਦੇ ਨਾਖੂਨ ਲਵੋ, ਨਾ ਕਰਿਆ ਕਰੋ ਇੰਜ ਦੇ ਕੰਮ। ਏਡੇ ਸੋਹਣੇ ਸੋਹਣੇ ਤੁਸੀਂ ਬੰਦੇ ਹੋ, ਇੰਨਾ ਇਲਮ ਹੈ ਤੁਹਾਡੇ ਕੋਲ, ਇੰਨੀ ਤੁਸੀਂ ਦੁਸ਼ਮਣ ਨੂੰ ਦੇ ਅਵਾਨਾ ਚੱਕ ਲਾ ਰਹੇ ਹੋ। ਅੱਲਾ ਦੀ ਕਸਮ ਹੈ, ਤੁਸੀਂ ਤੇ ਉਹਨਾਂ ਦੀਆਂ ਇਮਾਰਤਾਂ ਨੂੰ ਕਰਾ ਦਿਓ, ਲੇਕਿਨ ਉਹਨਾਂ ਨੇ ਵੇਖੋ ਤੁਹਾਨੂੰ ਕਿਹੜੇ ਕੰਮਾਂ 'ਚ ਪਾ ਛੜੇ ਹੈ। ਨਾ ਕਰਿਆ ਕਰ, ਛੱਡੋ ਤੁਸੀਂ ਆਪਣੇ ਕੰਮ 'ਚ ਕੰਮ। अस्सलाम वालेकुम रहमतुल्लाह सरकार। ਵਾਲੇਕੁਮ ਸਲਾਮ। ਸਰਕਾਰ ਮੈਂ ਵੀ ਇੱਕ ਦਿਨ ਨਾ ਇਹੀ ਜ਼ਿਕਰ ਇਸ ਨੇ ਛਿੜਿਆ ਸੀ, ਠੀਕ ਹੈ, ਤੇ ਇੱਕ ਦੋਸਤ ਸਾਹਿਬ ਆਏ ਸਨ ਸਾਡੇ ਇੱਥੇ, ਠੀਕ ਹੈ, ਤੇ ਮੈਂ ਨਾਂ ਨਹੀਂ ਲੈਣਾ ਚਾਹੁੰਦਾ। ਚੱਲ ਮੂਸਾ ਛੱਡ, ਨਹੀਂ ਆ ਹੋਰ ਗੱਲ ਨਹੀਂ ਕਰਨੀ ਬਸ ਗੱਲ ਕਰਨ ਲੱਗਾ ਸੀ, ਐਂਡ ਹੋ ਜੇ। ਨਹੀਂ ਯਾਰ ਇਹ ਫਿਰ ਗੱਲ ਟੁਰ ਪਈ ਨਾ, ਉਹੀ ਗੱਲ ਟੁਰ ਪਈ ਨਾ, ਫਿਰ ਟੁਰ ਪਈ ਹੋ ਚਲੋ ਜੀ, ਫਿਨਿਸ਼ ਠੀਕ ਹੋ ਕਰਦੇ ਠੀਕ ਹੋ ਗਈ। ਅੱਛਾ ਮੌਜੂ ਬਦਲੋ ਜੀ, ਮੌਜੂ ਲਿਆਓ ਫਿਰ। ਮੁਫਤੀ ਸਾਹਿਬ ਮੈਂ ਹੁਣੇ ਕਰ ਠੀਕ ਹੈ। ख्वाजा भाई ने भी ख्वाहिश की है कि हफ्ते च एक या दो दिन हो जाने ने नाते कादियां ने ते लाइव चलान करनगे, ठीक है। ਤੇ ਅਸਾਂ ਸਾਰਿਆਂ ਵੀ ਉਹਨਾਂ ਦੀ ਲਾਈਵ ਦੇ ਉੱਤੇ ਜਾਣਾ ਕਰਨਾ ਹੈ, ख्वाजा 333 ਦੀ ਲਾਈਵ ਦੇ ਉੱਤੇ, ਠੀਕ ਹੈ, ਕਿਉਂਕਿ ਉਹਨਾਂ ਦਾ ਕੰਟੈਂਟਸ ਡਿਫਰੈਂਟ ਹੈ। ਲੇਕਿਨ ਮੈਂ ਜੋ ਅੱਜ ਕਰਨਾ ਸੀ ਉਹ ਮੈਂ ਆਖਰੀ ਦਫਾ ਕਰ ਚੁੱਕਿਆ। ਬਾਕੀ ਹੁਣ ਹਰ ਬੰਦਾ ਜੋ ਕਰਦਾ ਉਹਦੀ ਆਪਣੀ ਮਰਜ਼ੀ ਹੈ। ਮੈਂ ਹਰ ਰੋਜ਼ ਇੱਕੋ ਹੀ ਬ੍ਰੌਡ ਚਲਾਸਾਂ ਜਿਹੜੇ ਅਗਰ ਮੇਰਾ ਕੰਟੈਂਟਸ ਹੈ ਵੀ, ਇਹ ਮੇਰਾ ਤੁਹਾਡਾ ਪ੍ਰੋਮਿਸ, ਠੀਕ ਹੋ ਗਿਆ। ਮੈਂ ਅੱਜ ਵੱਲੋਂ ਮਾਜ਼ਰਤ ਚਾਹੁੰਦਾ ਤੁਹਾਨੂੰ ਜੀ ਮੁਫਤੀ ਸਾਹਿਬ ਜੀ। ਬਿਹਤਰੀਨ ख्वाजा ਨੂੰ ਇਹੋ ਹੀ ਤੇ ਮੈਂ ਕਹਿ ਰਿਹਾ ਵਾਂ ਯਾਰ, ਉਹ ਐਕਸ ਕਾਦੀਆਨੀ ਬੰਦਾ ਹੈ। ਮੈਂ ਤੇ ਐਕਸ ਕਾਦੀਆਨੀਆਂ ਦੀਆਂ ਬਰਾਡਾਂ ਦੇ ਉੱਤੇ ਮੈਨੂੰ ਤੇ ਬੜਾ ਇੱਕ ਖੁਸ਼ੀ ਹੋਏਗੀ, ਫਖਰ ਹੋਏਗਾ। ਸਾਨੂੰ ਤਬਲੀਗ ਕਰਨ ਦਾ ਵਿੱਚ ਇੱਕ ਦਰਵਾਜ਼ਾ ਖੁੱਲੇਗਾ। ਅਸੀਂ ਆਪਣਾ ਪੈਗਾਮ ਕੌਮ ਤੱਕ ਬੜੇ ਆਸਾਨ ਤਰੀਕੇ ਨਾਲ ਪਹੁੰਚਾ ਸਕਨੇ ਆ। ਲੇਕਿਨ ਮੈਂ ख्वाजा ਦੀ ਕਸਮ ਵਾਲੀ ਗੱਲ ਹੈ, ਬੰਦਾ ਸਾਹਮਣੇ ਬੈਠਾ ਹੈ, ਮੈਂ ਪਿੱਛੇ ਪਰਦਾ ਗੱਲ ਕਰਨ ਦਾ ਕਾਇਲ ਨਹੀਂ ਹੈ। ਜੋ ਗੱਲ ਹੁੰਦੀ ਹੈ ਨਾ ਉਹ ਮੁਨਾਫਕਤ ਹੁੰਦੀ ਹੈ, ਬੰਦਾ ਕਿਸੇ ਦੇ ਪਿੱਛੇ ਪਰਦਾ ਕੋਈ ਗੱਲ ਕਰੇ, ਤੇ ਮੈਂ ਆਮਨੇ ਸਾਹਮਣੇ ਕਰਨ ਦਾ ਕਾਇਲ। ਹੁਣ ਮੈਂ 2-4 ਦਫਾ ਗਿਆ, ਲੇਕਿਨ ਉੱਥੇ ਮੌਜੂ ਕੋਈ ਹੋਰ ਛਿੜਿਆ। ਮੈਂ ਕਿਹਾ ਯਾਰ ਨਹੀਂ, ਬਸ਼ਰ ਸ਼ਾਹ ਤੂੰ ਹੁਣ ਥੋੜਾ ਜਿਹਾ ਪਰਾਂ ਹੀ ਰਹਿ, ਤੇ ਦਰਵਾਜ਼ਾ ਖੋਲੋ ਯਾਰ ਡਿਬੇਟ ਦੇ ਦਰਵਾਜ਼ੇ ਖੋਲੋ। ਔਰ ਦੂਸਰੀ ਗੱਲ ਇਹ ਵੀ ਸੀ, ਇੱਕ ਪੈਗਾਮ ਕਿ ਸਾਡੇ ਸਾਰੇ ਮੁੰਡੇ ਨਾ ਉਹ ਮੰਜੀ ਮਲ ਕੇ ਇੱਕ ਜਗ੍ਹਾ ਹੀ ਬਹਿ ਜਾਂਦੇ ਨੇ, ਤੇ ਤੁਸੀਂ ਹੁਣ ਇਹ ਵੇ ਕਿ ਤੁਸੀਂ ਕਾਦੀਆਨੀਆਂ ਨੂੰ ਮੌਕਾ ਦਿਆ ਕਰੋ, ਮੁਖਾਲਫ ਨੂੰ ਮੌਕਾ ਦਿਆ ਕਰੋ, ਤੇ ਆਪਣੀਆਂ ਬਰਾਡਾਂ ਆਨ ਕਰਿਆ ਕਰੋ ਯਾਰ। ਸਾਰੇ ਮੁੰਡੇ ਆਪਣੀ ਬਰਾਡਾਂ ਆਨ ਕਰਨ। ਜ਼ਿਆਦਾ ਤੋਂ ਜ਼ਿਆਦਾ ਤੁਸੀਂ ਆਪਣੀਆਂ ਬਰਾਡਾਂ ਦੀ ਤਰਫ ਫੋਕਸ ਕਰੋ, ਮਿਹਰਬਾਨੀ। ਮੈਂ ਇਹ ਇੱਕ ਮੇਰਾ ਪੈਗਾਮ ਹੈ ਸਾਰਿਆਂ ਦੋਸਤਾਂ ਨੂੰ, ਆਪਣੀ ਬਰਾਡ। ਹੁਣ ਏਡੇ ਕਮਾਲ ਦੇ ਹੁਣ ਫਹੀਮ ਹੈ ਮੇਰਾ ਸਟੂਡੈਂਟ ਹੈ, ਤੇ ਇਹ ਵੀ ਬਸ ਉਸਤਾਦ ਦੀ ਡਗਰ ਤੇ ਹੀ ਚੱਲਦੇ ਨੇ ਪਏ ਕਿ ਕਿਸੇ ਦੀ ਬਰਾੜ ਤੇ ਜਾ ਕੇ ਬਹਿਣਾ।
ਤੇ ਲੇਕਿਨ ਫਹੀਮ ਨੂੰ ਮੈਂ ਕਵਾਂਗਾ ਕਿ ਮੇਰਾ ਮਜ਼ਾਜ ਕੁਝ ਲੱਗ ਗਏ ਤੇ ਤੂੰ ਆਪਣੀਆਂ ਬਰਾਡਾਂ ਕਰਿਆ ਕਰੋ ਬਈ, ਆਪਣੀਆਂ ਲਾਜ਼ਮੀ ਕਮ ਕਮ ਪੂਰੇ 24 ਘੰਟੇ ਚ ਕੋਈ ਇੱਕ ਬਰਾੜ ਭਾਵੇਂ ਅੱਧੇ ਘੰਟੇ ਦੀ ਕਰੋ, ਲੇਕਿਨ ਆਪਣੀ ਬਰਾੜ ਕਰੋ, ਲਾਜ਼ਮੀ ਕਰੋ। ਇਹੋ ਹੀ ਪੈਗਾਮ ਮੇਰਾ ਸਾਰੇ ਮੁੰਡਿਆਂ ਨੂੰ ਹੈ ਕਿ ਆਪਣੀ ਬਰਾੜ ਕਰਨੀ ਹੈ ਲਾਜ਼ਮੀ। ਕਿਸੇ ਦੀ ਬਰਾਡਾਂ ਤੇ ਵੀ ਜਾਓ, ਅਗਰ ਮੈਂ ਬਰਾੜ ਕਰਨਾ ਮੇਰੀ ਬਰਾੜ ਤੇ ਵੀ ਆਓ, ਲੇਕਿਨ ਇਹ ਵੇ ਕਿ ਆਪਣੀ ਬਰਾੜ ਨੂੰ ਥੋੜਾ ਸਾ ਲਿਆਓ, ਸਾਹਮਣੇ ਲਿਆਓ। ਇਹਦੇ ਨਤਾਇਜ ਬਹੁਤ ਜ਼ਬਰਦਸਤ ਬਰਾਮਦ ਹੋਣਗੇ, ਯਾਦ ਰੱਖਿਆ। ਜਾਲ ਵਿਛਾ ਦਿਓ, ਜਾਲ ਵਿਛਾ ਦਿਓ। ਜਿਨ੍ਹਾਂ ਦਿਨਾਂ ਚ ਟਿਕਟਾਕ ਤੇ ਮੈਂ ਆਵਾਂ, ਯਕੀਨ ਜਾਨੋ ਕਾਦੀਆਨੀਆਂ ਦੀਆਂ ਇੰਨੀਆਂ ਬਰਾਡਾਂ ਹੋ ਰਹੀਆਂ ਸਨ, ਹਜ਼ਾਰ ਤੋਂ ਵੱਧ ਬੰਦੇ ਸਨ। ਅੱਲਾ ਦੀ ਕਸਮ ਹੈ, ਮੈਂ ਇੱਕਦਮ ਸ਼ਸ਼ਦਰ ਜਿਹਾ ਰਹਿ ਗਿਆ। ਮੈਂ ਕਿਹਾ ਐਸੀ ਦੀ ਤੈਸੀ। ਤੇ ਇਹੋ ਹੀ ਹਕਮਤ ਅਮਲੀ ਮੈਂ ਆਪਣੀ ਸਾਰੀ ਟੀਮ ਨੂੰ ਚੁੱਕ ਕੇ ਲੈ ਆਂਦਾ ਇੱਥੇ। ਮੈਂ ਕਿਹਾ ਆ ਜਾਓ, ਫਿਰ ਹੁਣ ਵੇਖੀ ਜਾਏਗੀ। ਫਿਰ ਉਹ ਵੇਖਿਆ ਜੇ 4 ਮਹੀਨਿਆਂ ਦੇ ਵਿੱਚ ਜੱਬ ਨਿਕਲ ਗਈ ਉਹਨਾਂ ਦੀ। ਹੁਣ ਇੱਕ ਬਰਾੜ ਮਸਾ ਮਰ ਕੇ ਰਹਿ ਗਈ ਜੀ ਉਹਨਾਂ ਦੀ। ਉੱਥੇ ਵੀ ਜਨਾਬ 30-35 ਤੋਂ ਵੱਧ ਬੰਦੇ ਨੇ। ਚਲੋ ਉਹਦੇ ਚ ਵੀ ਜਨਾਬ 30 ਬੰਦੇ ਮੁਸਲਮਾਨ ਜੇ ਤੇ 5 ਬੰਦੇ ਉਹਨਾਂ ਦੇ ਆਪਣੇ। ਬਸ ਤਾਜਦਾਰੇ ਖਤਮੇ ਨਬੂਵਤ अल्हम्दुलिल्लाह जिंदाबाद अस्सलाम वालेकुम रहमतुल्लाहि व बरकातहू। वालेकुम अस्सलाम। शाहिद भाई ਉਹ ਥੱਲੇ ਨਾ ਸਗੀਰ ਅਹਿਮਦ ਨਾਮ ਦੀ ਆਈਡੀ ਆਈ ਹੈ, ਸਗੀਰ ਅਹਿਮਦ। ਉਹਨੂੰ ਕਾਲ ਤੇ ਲਿਆ ਜੇ, ਇੱਕ ਬੰਦਾ ਕੁਰਬਾਨੀ ਦੇ ਜਰਾ ਕੋ, ਮਿਹਰਬਾਨੀ। ਸਗੀਰ ਅਹਿਮਦ ਨੂੰ ਕਾਲ ਪਾਓ। ਡਾਕਟਰ ਹੋਲੀ ਸਪੀਟ ਸਾਹਿਬ ਤਸ਼ਰੀਫ ਲਿਆਏ ਨੇ, ਸਗੀਰ ਸਾਹਿਬ ਤਸ਼ਰੀਫ ਲਿਆਏ ਨੇ, ਤੇ ਨਵੇਂ ਦੋਸਤਾਂ ਨੂੰ ਥੋੜਾ ਜਿਹਾ ਤਾਰੋ ਪੇਸ਼ ਕਰਦੇ ਆ ਤੇ ਫਿਰ ਅੱਗੋਂ ਇਨਸ਼ਾਅੱਲਾ ਕੰਮ ਟੁਰ ਪਏਗਾ, ਟਾਂਗਾ ਟੁਰ ਪਏਗਾ। ਸਗੀਰ ਸਾਹਿਬ ਜਿਹੜੇ ਬੈਠੇ ਨੇ ਐਕਸ ਕਾਦੀਆਨੀ ਨੇ, ਨੋ ਮੁਸਲਿਮ ਨੇ, ਤੇ ਇਹਨਾਂ ਨੇ ਕਾਦੀਆਨੀ ਅਵਾਨਾਂ ਦੇ ਵਿੱਚ ਅੱਗ ਲਾ ਦਿੱਤੀ ਹੈ। ਜਿਹੜਾ ਆਂਦੇ ਨੇ ਨਾ 100 ਸੁਨਾਰ ਦੀ ਤੇ 1 ਲੁਹਾਰ ਦੀ। ਸਾਡੇ ਮੌਲਵੀਆਂ ਦੀ ਗੱਲ ਕਰਨੀ, ਅਸੀਂ ਭਾਵੇਂ 1 ਸਾਲ ਵੀ ਗੁਫ਼ਤਗੂ ਕਰਦੇ ਰਹੀਏ ਨਾ, ਉਹਦੇ ਇੰਨੇ ਨਤਾਇਜ ਬਰਾਮਦ ਨਹੀਂ ਹੁੰਦੇ। ਲੇਕਿਨ ਇਹ ਜਿਹੜੇ ਸਾਡੇ ਐਕਸ ਕਾਦੀਆਨੀ ਨੇ, ਜਿਵੇਂ ਇਰਫਾਨ ਮਹਮੂਦ ਬਰਕੇ, ਇਹ ਸਗੀਰ ਸਾਹਿਬ ਨੇ, ਇੰਜ ਦੇ ਹੋਰ ਵੀ ਦੀਗਰ ਨੇ, ਜਿਹੜੇ ਭੱਟ ਸਾਹਿਬ ਆਏ ਸਨ, ਬਾਬਰ ਭੱਟ ਸਾਹਿਬ, ਤੇ ਇਹ ਲੋਕ ਜਾਂ ਚੰਦਾਬਾਜੀ ਨੇ, ਤੇ ਇਹ ਲੋਕ ਦੀ 1 ਅੱਧੇ ਘੰਟੇ ਦੀ ਵੀ ਜਿਹੜੀ ਗੁਫ਼ਤਗੂ ਹੈ ਨਾ, ਉਹਨੇ ਸਾਡੇ ਪੂਰੇ ਸਾਲ ਦੀ ਗੁਫ਼ਤਗੂ ਦੇ ਉੱਤੇ ਭਾਰੀ ਹੈ। ਕਿਉਂਕਿ ਇਹ ਉਸ ਘਰ ਦੇ ਵਿੱਚੋਂ ਨਿਕਲ ਕੇ ਆਏ ਨੇ, ਤੇ ਜਿਹੜੇ ਕਾਦੀਆਨੀ ਨੇ ਇਹਨਾਂ ਦੀ ਗੱਲ ਨੂੰ ਜ਼ਿਆਦਾ ਫੋਕਸ ਕਰਦੇ ਨੇ, ਸਾਡੇ ਮੌਲਵੀਆਂ ਦੀਆਂ ਗੱਲਾਂ ਨੂੰ ਇੰਨਾ ਫੋਕਸ ਨਹੀਂ ਕਰਦੇ। ਰਹੀ ਬਾਤ ਹੈ ਸੈयद ਹੋਲੀ ਸਪੀਟ ਸਾਹਿਬ, ਇਹ ਪੇਸ਼ੇ ਦੇ ਇਤਬਾਰ ਨਾਲ ਸਾਇੰਸਦਾਨ ਨੇ, ਸਾਇੰਟਿਸਟ ਨੇ, ਉਹ ਡਾਕਟਰ ਨੇ, PhD ਡਾਕਟਰ, ਔਰ ਉਹ ਟੀਕੇ ਲਾਉਣ ਵਾਲਾ ਡਾਕਟਰ ਨਹੀਂ, ਉਹ ਵੀ ਡਾਕਟਰ ਹੈ ਨੇ, ਲੇਕਿਨ ਇਹ PhD ਡਾਕਟਰੇਟ ਕੀਤੀ ਇਹਨਾਂ ਨੇ। और दूसरा बात है कि हाफ़िज़ कुरान ने, आलमे दीन ने, और कादियानियत तो अलावा दीगर मज़ाहिब और अदियान ने बातिला उन्हां दे उत्ते जबरदस्त किस्म की गिरफ्त रखते हैं। और इन्हां ने दीगर अदियान दी मजहबी किताबां नूं पढ़ रखे है, और मतलब बहुत ही इलम आप नूं मिलेगा अगर तुसीं इन्हां दी गुफ्तगू सुनोगे। ਤੇ ਸਾਡੇ ਜਿਹੜੇ ਸਾਡੇ ਵਰਗੇ ਤਿਫਲੇ ਮਕਤਬ ਨੇ, ਉਹ ਬਹੁਤ ਕੁਝ ਸਿੱਖਣਗੇ ਇਹਨਾਂ ਦੀ ਗੁਫ਼ਤਗੂ ਤੋਂ। ਤੇ ਜਨਾਬ ਮੈਂ ਦੋਵਾਂ ਨੂੰ ਵੈਲਕਮ ਕਰਨਾ। ਵੈਸੇ ਤੇ ਮੈਂ ਖੁਦ ਮਹਿਮਾਨ ਹਾਂ, ਸ਼ਾਹਿਦ ਭਾਈ ਦੀ ਇਹ ਬਰਾੜ ਹੈ। ਹਮ ਹੱਕ ਕੀ ਬਾਤ ਕਰਤੇ ਹੈ, ਜੋ ਸ਼ਾਹਿਦ ਭਾਈ ਨੇ, ਇਹਨਾਂ ਦਾ ਨਾਂ ਹੈ, ਜਿਹੜੇ ਹੋਸਟ ਨੇ। ਤੇ ਜੀ ਗੱਲ ਸ਼ੁਰੂ ਕਰ ਲੈਂਦੇ ਹਾਂ। ਗੱਲ ਸ਼ੁਰੂ ਕਰਨ ਤੋਂ ਪਹਿਲੇ ਉਸਤਾਦ ਮੁਹਤਰਮ ਇੱਕ ਅਰਜ਼ ਕਰ ਦਿਓ ਕਿ ਸਗੀਰ ਭਾਈ ਨੂੰ ਸਾਰੇ ਫਾਲੋ ਕਰੋ ਤਾਂ ਕਿ ਉਹ ਆਪਣੀ ਵੀ ਬਰਾੜ ਚਲਾ ਸਕਣ। ਠੀਕ ਹੈ, ਰੱਦੇ ਕਾਦੀਆਨੀਅਤ ਤੇ ਜਿੰਨੇ ਬੰਦੇ ਫਾਲੋ ਕਰਨਗੇ ਉਹ ਰੱਦੇ ਕਾਦੀਆਨੀਅਤ ਤੇ ਕੰਮ ਕਰਨਗੇ, ਤੁਹਾਨੂੰ ਵੀ ਉਹਨਾਂ ਸਵਾਬ ਮਿਲੇਗਾ। ਸਾਰੇ ਬੰਦੇ ਫਾਲੋ ਕਰਨਾ ਜੀ। ਇਹੋ ਹੀ ਫਹੀਮ, ਇਹੋ ਹੀ ਗੱਲਾਂ ਨੇ ਨਾ, ਇਹਨੂੰ ਕਹਿੰਦੇ ਨੇ ਕਦਮੇ ਦਰਮੇ ਤੇ ਸੁਖ ਨੇ ਦੀਨ ਦੀ ਤਬਲੀਗ। ਜਿਹਦੇ ਕੋਲ ਜੋ ਹੈ ਉਹ ਕਰੇ ਬਈ। ਕਮ ਅਜ਼ ਕਮ ਇੱਧਰ ਵੇਖੋ, ਸੋਸ਼ਲ ਮੀਡੀਆ ਦੀ ਇਹ ਵਾਰ ਹੈ, ਸੋਸ਼ਲ ਮੀਡੀਆ ਵਾਰ ਹੈ, ਤੇ ਇਸ ਵਾਰ ਨੂੰ ਜਿੱਤਣ ਦੀਆਂ ਆਪਣੀਆਂ ਕੁਝ ਲਵਾਜ਼ਿਮਾਤ ਨੇ, ਜ਼ਰੂਰੀਆਤ ਨੇ, ਜਿਨ੍ਹਾਂ ਨੂੰ ਮਲਹੂਜ਼ ਅਗਰ ਰੱਖਾਂਗੇ ਤੇ ਐਸੀ ਜੰਗ ਜਿੱਤ ਸਕਾਂਗੇ। ਇਹ ਹੁਣ ਉਹਨਾਂ ਉਸ ਜਿਹੜੇ ਜੰਗੀ ਅਸੂਲ ਨੇ, ਅਸਕਰੀ ਹਕਮਤ ਅਮਲੀਆਂ ਨੇ, ਉਹਨਾਂ ਦੇ ਵਿੱਚੋਂ ਇੱਕ ਚੀਜ਼ ਹੈ ਵੇ ਕਿ ਭਾਈ ਹੁਣ ਟਿਕਟਾਕ ਦੇ ਉੱਤੇ ਬੰਦੇ ਨੂੰ ਫਾਲੋ ਕਰੋ ਤਾਂ ਕਿ ਉਹਦੇ 1000 ਫਾਲੋਵਰ ਪੂਰੇ ਹੋਣ।
ਤਾਂ ਕਿ ਉਹ ਮਤਲਬ ਲਾਈਵ ਖੁਦ ਆ ਸਕੇ। ਇਹ ਕੰਮ ਕਰੋ ਨਾ ਯਾਰ। ਔਰ ਦੂਸਰੀ ਬਾਤ ਹੈ ਵੇ ਕਿ ਤੁਹਾਡੇ ਕਿੰਨੇ ਫਾਲੋਅਰ ਨੇ? 1 ਮਿੰਟ, ਫਾਲੋਅਰ ਕੋਈ ਪੂਰੇ ਕਰਨਾ ਕੋਈ ਮੁਸ਼ਕਲ ਇੰਨਾ ਹੈ ਹੀ ਕੋਈ ਨਹੀਂ, ਤੇ ਬਲਕਿ ਫਾਲੋਅਰ ਤੇ ਤੁਹਾਡੇ 1271 ਹੋ ਗਏ ਨੇ, ਤੇ ਤੁਸੀਂ ਨਾ ਆ ਸਕਦੇ ਹੋ ਸਗੀਰ ਭਾਈ, ਔਰ ਤੁਸੀਂ ਲਾਈਵ ਆ ਸਕਦੇ ਆਪਣੇ। ਮੇਰੇ ਅਜੇ 500 ਅੱਛਾ, ਇਹ 1 ਮਿੰਟ, ਹਾਂਜੀ 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 ਹਾਂਜੀ, ਸੋਰੀ। ਅੱਛਾ, ਉਹ ਇੰਜ ਵੇ ਕਿ ਕੋਈ ਇੱਕ ਬੰਦਾ ਜ਼ਿਆਦਾ ਤੋਂ ਜ਼ਿਆਦਾ $2 ਲੱਗਣੇ ਨੇ, ਜ਼ਿਆਦਾ ਨਹੀਂ। $2 ਇਹਨਾਂ ਦੀ ਆਈਡੀ ਤੇ ਲਾ ਦੇ ਭਾਈ, ਉਹ ਖਰੀਦੀ ਦੇ ਨੇ ਫਾਲੋਅਰ, ਤੇ ਉਹ ਹੁਣੇ 1 ਘੰਟੇ ਦੇ ਵਿੱਚ ਤੁਹਾਡੇ ਫਾਲੋਅਰ ਪੂਰੇ ਹੋ ਜਾਣੇ, ਕੋਈ ਮੁਸ਼ਕਲ ਨਹੀਂ। ਕੋਈ ਇੱਕ ਬੰਦਾ ਨਾ, ਕੋਈ $2 ਜ਼ਿਆਦਾ ਨਹੀਂ, ਤੇ $2 ਦੇ ਵਿੱਚ 1000 ਫਾਲੋਅਰ ਆਰਾਮ ਨਾਲ ਲੱਭ ਜਾਣੇ। ਮੈਂ ਕਰ ਦੇਣਾ। ਹਾਂਜੀ ਹਾਂਜੀ, ਕੋਈ ਮੁਸ਼ਕਲ ਨਹੀਂ। ਆਪਣੇ ਡਾਕਟਰ ਸਾਹਿਬ ਦੇ ਕਿੰਨੇ ਨੇ? 1 ਮਿੰਟ, ਡਾਕਟਰ ਸਾਹਿਬ ਦੇ ਹੋ ਗਏ ਨੇ, ਇਹ ਲਾਈਵ ਆ ਸਕਦੇ ਨੇ, ਠੀਕ ਹੋ ਗਿਆ। ਤੇ ਬਹਰਹਾਲ ਇਹ ਚੀਜ਼ਾਂ ਨੂੰ ਮਜ਼ਬੂਤ ਕਰਨਾ ਬਈ, ਕੰਧੇ ਨਾਲ ਕੰਧਾ ਜੋੜ ਕੇ ਟੁਰੀਦਾ ਹੁੰਦਾ ਹੈ। ਜੰਗਜੂ ਹੋਈ, ਜੰਗ ਦੇ ਵਿੱਚ ਹਰ ਕਿਸਮ ਦੇ ਸਿਪਾਹੀ ਦੀ ਲੋੜ ਹੁੰਦੀ ਏ, ਸਮਝ ਆਈ ਕਿ ਨਹੀਂ? ਔਰ ਅਸਲਾ ਮੁਖਤਲਿਫ ਅਸਲਿਆਂ ਦੀ ਲੋੜ ਹੁੰਦੀ ਹੈ। ਤੇ ਇਹ ਸੋਸ਼ਲ ਮੀਡੀਆ ਬਾਹਰ ਹੈ, ਅਸੀਂ ਇੰਜੀ ਇਹਨਾਂ ਦੇ ਨਾਟਕੇ ਬੰਦ ਕਰ ਦਿਓ। ਮੈਂ ਨਾ ਬਰਾੜ ਤੇ ਬਰਾੜ ਇੰਜ ਸਕਰੋਲਿੰਗ ਕਰ ਰਹੀ ਹੋਈਏ, ਤੇ ਜਨਾਬ ਉਹ ਵੀ ਕਾਦੀਆਨੀਅਤ ਦੇ ਰੱਦ ਚ, ਉਹ ਵੀ ਕਾਦੀਆਨੀ ਦਾ। ਉਹ ਯਾਰ ਇੰਨੀ ਬਰਾਡਾਂ ਦੀ ਲਾਈਨ ਲਾ ਦਿਓ 24 ਘੰਟੇ ਦੀ ਬੁਨਿਆਦ ਦੇ ਉੱਤੇ। ਤੁਸੀਂ ਇਹ ਕੰਮ ਕਰੋ, 1 ਮਹੀਨਾ ਕੰਮ ਕਰ ਦਿਓ ਇੰਜ ਜਿੰਜ ਮੈਂ ਕਹਿਣਾ ਪਿਆ। ਅੱਲਾ ਦੀ ਕਸਮ, ਇਹਨਾਂ ਦੀ ਜੱਬ ਨਾ ਨਿਕਲ ਗਈ ਤਾਂ ਤੁਸੀਂ ਮੈਨੂੰ ਨੀਵੇਂ ਥਾਂ ਬਿਠਾ ਲਿਆ। ਹਾਂਜੀ ਇਨਸ਼ਾਅੱਲਾ ਮੁਫਤੀ ਸਾਹਿਬ, ਬਿਲਕੁਲ ਤੁਸੀਂ ਦਰੁਸਤ ਫਰਮਾ ਰਹੇ ਹੋ। ਜਦੋਂ ਤੁਸੀਂ ਨਹੀਂ ਸੀ ਆਏ ਨਾ, ਤੇ ਇਹਨਾਂ ਦੀਆਂ ਬਹੁਤ ਬਰਾਡਾਂ ਲੱਗਦੀਆਂ ਸੀ, ਤੇ ਇਹ ਮੁਸਲਮਾਨ ਜਿਹੜੇ ਸਿੱਧਾ ਸਾਦਾ ਜਿਹਨੂੰ ਗੱਲ ਕਰਨੀ ਨਹੀਂ ਸੀ ਆਉਂਦੀ, ਉਹਨੂੰ ਬਿਠਾ ਕੇ ਮਜ਼ਾਕ ਉਡਾਉਂਦੇ ਸੀ। ਜਦੋਂ ਸਾਡੇ ਵਰਗਾ ਜਾਂਦਾ ਸੀ, ਜਾਂ ਤਾਂ ਬਲਾਕ ਕਰਦੇ ਸੀ ਜਾਂ ਮਿਊਟ ਕਰ ਦਿੰਦੇ ਸੀ, ਠੀਕ ਹੈ। ਤੇ ਇਹ ਬਿਲकुल ਜਿਹੜਾ ਨਾ मिर्ज़े की तलीम जड़ी है, तबलीग को कोने कोने में लगाना, ये जो उनका नारा है ना, तो ये हकीकत में कोने कोने में लगा रहे थे। तो वो इतने जो बकवासात उधर करते थे, तो बढ़ के मारते थे, चैलेंज देते थे। जब हमने इनको चैलेंज देने शुरू किए और हमारी बराडें चली और आवाम को पता चला ये हकीकत क्या है, फिर हर कोई बंदा कम से कम इल्म रखने वाला भी उनके ऊपर चढ़ के सवाल कर देता। तो उन्होंने कहा ये तो अब काम ख़राब है, अब हम बराडें नहीं लगाएं तो बेहतर इसी में है। क्योंकि जो इनके 500-600 कादियानी नीचे बैठकर सुन रहा होता था, तो एक बिल्कुल सादा सा बंदा उनके मुंह पे चपेड़ मारता था, तो उनको बहुत ही बेइज्जती महसूस होती थी। तो इसी से ये जो हमारी जद्दोजहद है, आपकी जद्दोजहद है उस्ताद मोहतरम, ये आपके आने से ये सब कुछ हुआ है, ठीक है। तो सगीर साहब, आप कुछ फरमाना चाहेंगे? आप जी जज़ाकुमुल्लाह। ਇਹ ਨਾ ਮੇਰੇ ਵੀ ਟਿਕਟਾਕ ਤੇ ਆਉਣ ਦੇ ਵਿੱਚ ਜਿਹੜਾ ਜ਼ਰੀਆ ਜਾਂ ਵਸੀਲਾ ਬਣੇ ਨੇ 1-2 ਬੰਦੇ ਨੇ, ਜਿਨ੍ਹਾਂ ਦੇ ਵਿੱਚੋਂ ਫਹੀਮ ਹੈ, ਅਲੀ ਭਾਈ, ਮਲਕ, ਕਾਮਰਾਨ, ਐਨਜੀ 1-2 ਦੋਸਤ, ਤੇ ਇਹਨਾਂ ਨੇ ਮੈਨੂੰ ਜਿਹੜਾ ਵੇ ਕਿਹਾ ਕਿ ਭਾਈ ਨਹੀਂ ਹੁਣ ਟਿਕਟਾਕ ਦੇ ਉੱਤੇ ਲੋੜ ਹੈ ਤੇ ਤੂੰ ਆ ਇੱਧਰ ਆ। ਤੇ ਬਹਰਹਾਲ ਚਲੋ ਉਹ ਇੱਕ ਜ਼ਰੀਆ ਸਬਬ ਬੰਦਾ ਹੈ, ਇਹ ਤੇ ਸਦਕਾ ਜਾਰੀਆ ਤੇ ਇਹਨਾਂ ਵਾਸਤੇ ਹੋ ਗਿਆ ਨਾ, ਸਦਕਾ ਜਾਰੀਆ ਤੇ ਬਣ ਗਿਆ ਨਾ। ਤੇ ਕੋਈ ਵੀ ਇੱਕ ਕੰਮ ਸ਼ੁਰੂ ਕਰਾਉਂਦਾ ਹੈ, ਉਹ ਤੇ ਹਦੀਸਾਂ ਦੀ ਰੂਹ ਨਾਲ ਉਹਦੇ ਵਾਸਤੇ ਉਹ ਫਿਰ ਇੱਕ ਸਦਕਾ ਜਾਰੀਆ ਬਣ ਜਾਂਦਾ ਹੈ। ਹਾਂਜੀ, ਨਾ ਖਤਮ ਹੋਣ ਵਾਲਾ ਅਫਵਾਹ। जी वालेकुम सलाम। जी मुफ्ती साहब, वैसे क्यों नहीं बोलना? जी जी जी, नहीं आप बोल सकते हो, आपको पूरा टाइम है, आप बोल सकते हो जी। जी मैं मेरी अर्ज प्लीज सुन के तुसी जाओ। देखो मेरी अर्ज ये वे, जिन्ने भैन भरा सुनते ने, खास तौर ते सोशल मीडिया ते ने, मैं चूंकि कादियानी मलंग रह चुके हाँ, मैं इस कल्ट नूं जानना। सानू जरूरत है इस टाइम कि खत्मे नबूवत और हजरत ईसा अलैहिस्सलाम दे बारे च जिहड़ी गुफ्तगू करते हैं, ठीक ओहदा भी जवाब देना चाहिए है। जरूरत है इस अहमदिया कल्ट, ये जिहड़े कादियानी पीर ने, इन्हां दा जिहड़ा शिकंजा है, जिवें अखराज दे नाम ते जुल्म है जिहड़ा कादियानी मलंग मलंगणियां नाल ये कादियानी पीर करदे ने, ਜਿਹੜੇ 50 किस्म ਦੇ ਚੰਦੇ ਜਿੰਦਾ ਇਸਲਾਮ ਨਾਲ ਵੀ ਕੋਈ ਤਲਕ ਨਹੀਂ, ਅਖਲਾਕੀ ਤੌਰ ਤੇ ਵੀ ਜਾਇਜ਼ ਨਹੀਂ। ਕੈਨੇਡਾ ਦੇ ਵਿੱਚ ਜਿਹੜਾ ਬੰਦਾ ਵੈਲਫੇਅਰ ਲੈਂਦਾ ਹੈ,
ਵੈਲਫੇਅਰ ਆਂਦੇ ਨੇ ਜਿਹੜਾ ਗਵਰਨਮੈਂਟ ਤੋਂ ਗੁਜ਼ਾਰਾ ਅਲਾਉਂਸ ਮਿਲਦਾ ਹੈ, ਉਸ ਵੈਲਫੇਅਰ ਦੇ ਪੈਸਿਆਂ ਨੂੰ ਹੀ ਇਹ ਪੀਰ ਜ਼ਬਰਦਸਤੀ ਖੋ ਕੇ ਖੜਦੇ ਨੇ। ਜ਼ਬਰਦਸਤੀ ਦਾ ਮਤਲਬ ਕੀ ਹੈ ਕਿ ਜੇ ਕੋਈ ਕਾਦੀਆਨੀ ਮਲੰਗ ਉਹਨਾਂ ਵੈਲਫੇਅਰ ਦੇ ਪੈਸਿਆਂ 'ਚ ਉਹਨਾਂ ਨੂੰ ਚੰਦਾ ਨਹੀਂ ਦਿੰਦਾ, ਉਹਨੇ ਸ਼ਾਦੀ ਕਰਨੀ ਹੈ, ਉਹਦਾ ਨਿਕਾਹ ਫਾਰਮ ਨਹੀਂ ਤਸਦੀਕ ਹੋਏਗਾ। ਨਿਕਾਹ ਨਹੀਂ ਤਸਦੀਕ ਕਰੇਗਾ ਸਦਰ ਅਹੁਦੇਦਾਰ ਕਿ ਤੇਰਾ ਚੰਦਾ ਬਕਾਇਆ, ਵਿਆਹ ਨਹੀਂ ਹੋਏਗਾ, ਉਹਨੂੰ ਉਹਦਾ ਨਹੀਂ ਮਿਲੇਗਾ, ਉਹਦਾ ਅਖਰਾਜ ਹੋ ਜਾਏਗਾ। ਮਜਬੂਰਨ ਇਹਨਾਂ ਜਿਹੜੇ ਕਾਦੀਆਨੀ ਮਲੰਗ ਮਲੰਗਣੀਆਂ ਨੇ, ਇਹਨਾਂ ਨਾਲ ਇੰਨਾ ਜ਼ੁਲਮ ਹੁੰਦਾ ਹੈ ਕਿ ਇਹਨਾਂ ਦੇ ਪੈਸੇ ਇਹ ਪੀਰ ਖੋ ਖਾਈ ਜਾਂਦੇ। ਫਿਰ ਜਿਹੜੀਆਂ ਇਹਨਾਂ ਦੀਆਂ ਕਬਰਾਂ ਦੀ ਲਾਹਨਤ ਹੈ, ਜਿਹਨੂੰ ਇਹ ਬਿਸ਼ਤੀ ਮਕਬਰਾ ਤੇ ਪਤਾ ਨਹੀਂ ਕੀ ਇਹਦਾ ਨਾਂ ਰੱਖਿਆ, ਇਹਨਾਂ ਦੀ ਪੈਸਿਆਂ ਦੇ ਨਾਲ ਇਹ ਕਾਦੀਆਨੀ ਪੀਰ 2-4 ਕਿੱਲੇ ਪੈਲੀ ਲੈ ਕੇ ਵਸੀਅਤ ਦੇ ਨਾਂ ਤੇ ਇਹਨਾਂ ਨੂੰ ਲੁੱਟਣ ਦੇ ਨੇ। ਫਿਰ ਅਗਰ ਕਿਸੇ ਕਾਦੀਆਨੀ ਮਲੰਗਣੀ ਨੇ ਜਾਂ ਮਲੰਗ ਨੇ ਸ਼ਾਦੀ ਕਰਨੀ ਹੈ, ਸ਼ਾਦੀ ਕਰਨਾ ਹਰ ਇਨਸਾਨ ਦਾ ਬੁਨਿਆਦੀ ਹੱਕ ਹੈ, ਅਗਰ ਉਹ ਕਾਦੀਆਨੀ ਮਲੰਗਣੀ ਤੋਂ ਇਲਾਵਾ ਕਿਸੇ ਹੋਰ ਮੁਸਲਮਾਨ ਭਰਾ ਨਾਲ ਜਾਂ ਕਿਤੇ ਹੋਰ ਸ਼ਾਦੀ ਕਰਨਾ ਚਾਹੇ, ਮਲੰਗਣੀ ਹੋਏ ਜਾਂ ਮਲੰਗ ਹੋਏ, ਉਹਦਾ ਅਖਰਾਜ ਕਰ ਛੱਡਦੇ ਨੇ। ਉਹ ਸਾਲ ਸ਼ਾਦੀ ਨਹੀਂ ਕਰ ਸਕਦਾ। ਜੇ ਉਹਨੇ ਕਰਨੀ ਹੈ ਤੇ ਉਹ ਸਾਲ ਚੰਦਾ ਦੇ, ਯਾਨੀ ਕਿ ਨਵਾਂ ਜਿਹੜਾ ਜਿਹਦੇ ਨਾਲ ਉਹਨੇ ਸ਼ਾਦੀ ਕਰਨੀ ਹੈ, ਬੰਦਾ ਜਾਂ ਬੀਬੀ ਹੈ, ਉਹ ਬੈਤ ਕਰੇ, ਸਾਲ ਚੰਦਾ ਦੇ। ਫਿਰ ਜਿੱਥੇ ਉਹ ਚੰਦਾ ਦਿੰਦਾ, ਜਿਹੜੇ ਮਹੱਲੇ 'ਚ ਜਿਹੜੇ ਸ਼ਹਿਰ 'ਚ, ਉੱਥੋਂ ਦਾ ਜਿਹੜਾ ਅਹੁਦੇਦਾਰ ਹੈ ਉਹ ਤਸਦੀਕ ਕਰੇ ਕਿ ਹਾਂਜੀ ਇਹ ਮੁਸਲਮਾਨ ਸਾਡਾ ਕਾਦੀਆਨੀ ਮਲੰਗ ਬਣਿਆ ਰਿਹਾ, ਸਾਲ ਹੋ ਗਿਆ, ਉਹ ਫਿਰ ਇਜਾਜ਼ਤਨਾਮਾ ਦੇ ਤੇ ਵਿਆਹ ਹੋਏ। ਦੇਖੋ ਕਿਸੇ ਦੀ ਸ਼ਾਦੀ 2-3 ਸਾਲ ਰੋਕ ਛੱਡਣੀ, ਕਿਸੇ ਦਾ ਜ਼ਬਰਦਸਤੀ ਕਿਸੇ ਕੋਲ ਪੈਸੇ ਚੰਦਾ ਲੈਣਾ, ਕਿਸੇ ਨੂੰ ਕਬਰਾਂ ਦੇ ਨਾਂ ਤੇ ਲਾਹਨਤ 'ਚ ਲੁੱਟਣਾ, ਫਿਰ ਜੇ ਨਾਂ ਦੇ ਤੇ ਅਖਰਾਜ ਦੇ ਨਾਂ ਤੇ ਗਲੀਆਂ ਦੇ ਵਿੱਚ ਮਾਵਾਂ ਭੈਣਾਂ ਦਾ, ਇਹਨਾਂ ਕਾਦੀਆਨੀ ਮਲੰਗ ਮਲੰਗਣੀਆਂ ਦਾ ਅਖਰਾਜ ਦੇ ਨਾਂ ਤੇ ਇਹਨਾਂ ਦੀ ਬੇਇੱਜ਼ਤੀ ਕਰਨੀ। ਫਿਰ ਇਹ ਕਾਦੀਆਨੀ ਪੀਰਾਂ ਦਾ ਜਿਹੜਾ ਆਪਣਾ ਕਿਰਦਾਰ ਹੈ, ਜਿਵੇਂ ਹੁਣ ਕਾਦੀਆਨੀ ਪੀਰ ਨੀ ਨਿਧਾਨ ਵਾਲੇ ਸਾਰੇ ਜ਼ਨਾਹ ਕਰਦੇ ਫੜ ਕੀਤੇ ਨੇ ਕਾਦੀਆਨੀ ਪੀਰ, ਠੀਕ ਹੈ ਜੀ। ਇਹ ਸਾਰੀਆਂ ਚੀਜ਼ਾਂ ਇਹਨਾਂ ਦੇ ਉੱਤੇ ਜ਼ਿਆਦਾ ਫੋਕਸ ਹੋਣਾ ਚਾਹੀਦਾ, ਮੇਰੀ ਇਹ ਰਿਕੁਐਸਟ ਹੈ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਇਹ ਜਮਾਤ ਜਿਹੜੀ ਆਮਦੀਆ ਪੀਸਫੁਲ ਜਮਾਤ, ਆਮਦੀਆ ਪੀਸਫੁਲ ਮੂਲੀ, ਆਮਦੀਆ ਪੀਸਫੁਲ ਕਰੇਲਾ, ਜਿਹੜੀ ਇਹ ਪੀਸ ਦਾ ਐਡਾ ਨਾਂ ਲੈਂਦੇ ਨੇ ਜਿਵੇਂ ਵੱਡੀ ਫੁੱਫੀ ਦਾ ਨਾਂ ਲਈਦਾ, ਇਹ ਅਸਲ 'ਚ ਇਹ ਬਦਕਾਰ ਹੈ ਕੌਣ ਨੇ, ਇਹਨਾਂ ਦਾ ਸਿਸਟਮ ਕਿੱਦਾਂ ਰਨ ਕਰਦਾ ਹੈ, ਇਹ ਜ਼ੁਲਮ ਕਿੰਨਾ ਕਰਦੇ ਨੇ। ਆਪ ਦੁਨੀਆ ਨੂੰ ਦੱਸਿਆ ਜਾਂਦਾ ਹੈ ਕਿ ਕਾਦੀਆਨੀ ਮਲੰਗ ਮਲੰਗਣੀਆਂ ਦੇ ਉੱਤੇ ਦੂਜੇ ਲੋਕ, ਖਾਸ ਤੌਰ ਤੇ ਮੁਸਲਮਾਨ ਉਲਾਮਾ ਦਾ ਨਾਂ ਲੈਂਦੇ, ਕਿਉਂ ਜ਼ੁਲਮ ਕਰਦੇ ਨਾ। ਜਿੰਨਾ ਜ਼ੁਲਮ ਕਾਦੀਆਨੀ ਪੀਰ ਆਪਣੇ ਮੰਨਣ ਵਾਲੇ ਕਾਦੀਆਨੀ ਮਲੰਗ ਮਲੰਗਣੀਆਂ ਤੇ ਕਰਦੇ ਨੇ, ਦੁਨੀਆ ਨੂੰ ਇਹ ਨਹੀਂ ਪਤਾ, ਇਹ ਸਿਰਫ ਮਲੰਗਾਂ ਨੂੰ ਪਤਾ ਹੈ। ਉਸ ਜ਼ੁਲਮ ਦੇ ਉੱਤੇ ਜ਼ਿਆਦਾ ਰੋਸ਼ਨੀ ਪਾਓ। ਐਕਸ ਕਾਦੀਆਨੀ ਜਿਹੜੇ ਖਾਸ ਤੌਰ ਤੇ ਨੇ, ਉਹਨਾਂ ਨੂੰ ਪੁੱਛੋ, ਕਿਉਂਕਿ ਮੁਸਲਮਾਨ ਭਰਾਵਾਂ ਨੂੰ ਨਹੀਂ ਪਤਾ ਅਖਰਾਜ ਦੀ ਸਜ਼ਾ ਕੀ ਹੈ। ਉਹਨਾਂ ਵਾਸਤੇ ਅਖਰਾਜ ਇਹੀ ਹੈ ਕਿ ਜੀ ਉਹ ਪੀਰਾਂ ਦਾ ਮੈਨੂੰ ਨਾ ਮੰਨੋ, ਨਹੀਂ, ਅਖਰਾਜ ਇੱਕ ਖੁੱਲੀ ਜੇਲ੍ਹ ਹੈ। ਕਿਉਂਕਿ ਜਿਸ ਮਲੰਗ ਦਾ ਅਖਰਾਜ ਹੁੰਦਾ ਹੈ, ਨਾ ਉਹਦੇ ਭੈਣ, ਨਾ ਭਰਾ, ਨਾ ਮਾਂ, ਨਾ ਪਿਓ ਉਹਦੇ ਨਾਲ ਕੋਈ ਤਲਕ ਨਹੀਂ ਰੱਖ ਸਕਦਾ, ਖੁੱਲੀ ਜੇਲ੍ਹ 'ਚ ਪੈ ਜਾਂਦਾ ਉਹ। ਇਹ ਜ਼ੁਲਮ ਜਿਹੜਾ ਨਾ, ਇਹਨਾਂ ਕਾਦੀਆਨੀ ਮਲੰਗ ਮਲੰਗਣੀਆਂ ਕੋਲੋਂ ਪੁੱਛੋ ਜਿਹੜੇ ਨਿਕਲੇ ਨੇ, ਤਾਂ ਕਿ ਦੂਜੇ ਮਲੰਗਾਂ ਨੂੰ ਹੋਸ਼ ਆਏ, ਦੁਨੀਆ ਨੂੰ ਇਹਨਾਂ ਕਾਦੀਆਨੀ ਪੀਰਾਂ ਦੇ ਮਜ਼ਾਲਮ ਦਾ ਪਤਾ ਚੱਲੇ। ਅਸਲ ਇਹ ਜ਼ਿਆਦਾ ਜ਼ਰੂਰੀ ਹੈ ਮੇਰੇ ਖਿਆਲ ਨਾਲ, ਜੋ ਆਪਣੀ ਆਪਣੀ ਰਾਏ ਆ, ਮੇਰੇ ਖਿਆਲ ਨਾਲ ਕਾਦੀਆਨੀ ਜਿਹੜੇ ਆ, ਜਿੰਨੇ ਸੋਸ਼ਲ ਮੀਡੀਆ ਤੇ ਮਲੰਗ ਬੈਠੇ ਨੇ, ਇਹਨਾਂ ਨੂੰ ਜ਼ਰੂਰਤ ਹੈ, ਇਹ ਚਾਹੁੰਦੇ ਨੇ, ਇਹਨਾਂ ਦੀ ਖਾਹਿਸ਼ ਹੈ ਕਿ ਹਜ਼ਰਤ ਈਸਾ ਅਲੈਹਿਸਲਾਮ ਦੇ ਬਾਰੇ 'ਚ ਤੇ ਖਤਮ ਨਬੂਵਤ ਦੇ ਬਾਰੇ 'ਚ ਇਹਦੇ ਤੇ ਜੀ ਗੱਲ ਕਰੀ ਰੱਖੋ ਤੇ ਇਹਨਾਂ ਨੂੰ ਇੱਧਰ ਧਿਆਨੇ ਲਾਈ ਰੱਖੋ। ਬਾਕੀ ਜਿਹੜਾ ਜ਼ੁਲਮ ਹੋ ਰਿਹਾ, ਜਿਹੜੇ ਕਾਦੀਆਨੀ ਪੀਰ ਆਪਣੇ ਮੰਨਣ ਵਾਲਿਆਂ ਤੇ ਕਰ ਰਹੇ ਨੇ, ਉਧਰ ਦੁਨੀਆ ਦਾ ਧਿਆਨ ਹੀ ਨਾ ਜਾਏ। ਉਹ ਜ਼ੁਲਮ ਪਹਿਲੋਂ ਸਾਹਮਣੇ ਆਉਣਾ ਚਾਹੀਦਾ ਹੈ, ਤਾਂ ਕਿ ਦੁਨੀਆ ਨੂੰ ਪਤਾ ਲੱਗੇ ਕਿ ਇਹ ਜਿਹੜੀ ਪੀਸਫੁਲ ਜਮਾਤ ਨਹੀਂ, ਇਹ ਇੱਕ ਬਦਕਾਰ, ਜ਼ਨਾਕਾਰ ਤੇ ਜ਼ਾਲਮ ਟੋਲਾ ਪੀਰਾਂ ਦਾ, ਜਿਨ੍ਹਾਂ ਨੂੰ ਕਾਦੀਆਨੀ ਪੀਰ ਆਂਦੇ ਨੇ। ਇਹ ਮੈਂ ਕਹਿਣਾ ਚਾਹੁੰਦਾ ਜੀ। ਜਜ਼ਾਕੱਲਾ ਜਜ਼ਾਕੱਲਾ, ਜ਼ਬਰਦਸਤ ਹੋ ਗਿਆ। ਵੇਖੋ ਨਾ ਜੀ, ਕਿੰਨਾ ਇਲਮ ਮਿਲਿਆ ਹੈ, ਔਰ ਕਾਦੀਆਨੀਅਤ ਦੀ ਅੰਦਰ ਦੀਆਂ ਗੱਲਾਂ ਸਾਨੂੰ ਅੰਦਰ ਦਾ ਬੰਦਾ ਜਿਹੜਾ ਨਾ, ਘਰ ਦਾ ਭੇਤੀ, ਉਹ ਦੱਸ ਰਹੇ ਹੈ। ਇਹ ਨੇ, ਇਹ ਵੇ ਕੰਮ, ਸ਼ਾਇਦ ਭਾਈ ਇਹ ਨੇ ਕੰਮ। ਮੁਫਤੀ ਸਾਹਿਬ ਮਾਜ਼ਰਤ, ਇਹਨਾਂ ਦਾ ਤੁਸੀਂ ਦੇਖੋ, ਤੁਸੀਂ ਇਹਨਾਂ ਨਾਲ ਕੋਈ ਗੱਲ ਕਰੋ,
ਤੁਹਾਨੂੰ ਹਜ਼ਰਤ ਈਸਾ ਅਲੈਹਿਸਲਾਮ ਦੇ ਟਾਪਿਕ ਤੇ ਲੈ ਜਾਣਗੇ ਜਾਂ ਖਤਮੇ ਨਬੂਵਤ ਵੱਲ ਲੈ ਜਾਣਗੇ, ਹਾਲਾਂਕਿ ਉਧਰ ਵੀ ਝੂਠੇ ਨੇ, ਬਿਲਕੁਲ ਜਾਲਸਾਜ਼। ਇਹਨਾਂ ਦੀ ਕੋਸ਼ਿਸ਼, ਇਹਨਾਂ ਦਾ ਪਸੰਦੀਦਾ ਟਾਪਿਕ ਹੈ, ਭਲੇ ਇਹਨਾਂ ਦੇ ਕੋਲ ਦਫਾ ਵਾਸਤੇ ਕੋਈ ਸ਼ੈ ਨਹੀਂ। ਇਹ ਚਾਹੁੰਦੇ ਨੇ ਕਿ ਸਾਡਾ ਆਪਣੀ ਧੀਆਂ ਨਾਲ, ਸਕੀਆਂ ਨਾਲ ਉਨੀ ਦਾ ਪਿਆਂਦੀ ਹੈ, ਆਪਣੀਆਂ ਸਕੀਆਂ ਧੀਆਂ ਨਾਲ ਜ਼ਨਾ ਕਰਨ ਵਾਲੇ ਕਾਦੀਆਨੀ ਪੀਰਾਂ ਦਾ ਮੁਕਾਬਲਾ ਅੰਬਿਆ ਨਾਲ ਪਿਆ ਕਰਨਗੇ ਬਹਿ ਕੇ, ਔਰ ਸਾਡੇ ਮੁਸਲਮਾਨ ਭਰਾ ਜਿਹੜੇ ਨੇ ਉਹ ਅੱਗੋਂ ਦਫਾ ਪੇ ਕਰਨਗੇ। ਮੈਂ ਉਹਦੀ ਮਿਸਾਲ ਇੱਕ ਇਸ ਤਰ੍ਹਾਂ ਦੇਣਾ ਕਿ ਅਗਰ ਕੋਈ ਬੰਦਾ, ਦੁਨੀਆ ਦਾ ਕੋਈ ਇਨਸਾਨ ਹੋਏ, ਕੋਈ ਇਨਸਾਨ, ਉਹਨੂੰ ਤੁਸੀਂ ਇਹ ਕਹੋ ਨਾ, ਕੋਈ ਬੰਦਾ ਨੂੰ ਇਹ ਕਵੇ ਕਿ ਬਈ ਤੇਰੀ ਮਾਂ ਦੇ ਦੰਦ ਇੰਨੇ ਸੋਹਣੇ ਨੇ ਜਿੰਨੇ ਫਲਾਣੀ ਹੀਰਾ ਮੰਡੀ ਦੀ ਕੰਜਰੀ ਦੇ ਨੇ, ਉਹ ਖੁਦ ਦੁਨੀਆ ਦਾ ਕੋਈ ਐਸਾ ਇਨਸਾਨ ਨਹੀਂ ਤੁਹਾਨੂੰ ਮਿਲੇਗਾ ਜਿਹੜਾ ਆਖੇਗਾ ਆ ਮੇਰੇ ਨਾਲ ਬਹਿਸ ਕਰ ਲੈ ਕਿ ਮੇਰੀ ਮਾਂ ਦੇ ਸੋਹਣੇ ਨੇ ਕਿ ਹੀਰਾ ਮੰਡੀ ਦੀ ਕੰਜਰੀ ਦੇ ਸੋਹਣੇ ਨੇ। ਉਹ ਸਿੱਧਾ ਉਹਨੂੰ ਕਹੇਗਾ ਕੁਝ ਹਿਆ ਕਰੋ, ਕੋਈ ਗੈਰਤ ਕਰ, ਤੂੰ ਕਿਹੜੀ ਸਟੇਟਮੈਂਟ ਦਿੱਤੀ ਹੈ। ਉਹਦਾ ਪਹਿਲਾ ਰਿਐਕਸ਼ਨ ਇਹ ਹੋਏਗਾ, ਉਹ ਕਦੀ ਬਹਿਸ ਨਹੀਂ ਕਰੇਗਾ। ਔਰ ਅਗਰ ਉਹ ਬਹਿਸ ਕਰਨੀ ਸ਼ੁਰੂ ਕਰ ਦੇ ਕਿ ਨਹੀਂ ਮੇਰੀ ਮਾਂ ਦੇ ਇਧਰੋਂ ਸੋਹਣੇ ਨੇ, ਮੇਰੀ ਮਾਂ ਚਾਹ ਖੂਬੀ ਹੈ, ਉਹ ਕੰਜਰੀ ਚਾਹ ਮਾੜਾ ਕੰਮ ਹੈ, ਭਾਵੇਂ ਉਹ ਜਿੱਤ ਵੀ ਜਾਏ, ਉਹਦੀ ਮਾਂ ਦੀ ਬੇਇੱਜ਼ਤੀ ਹੈ। ਦੇਖੋ, ਇੱਕ ਆਪਣੀਆਂ ਸਕੀਆਂ ਧੀਆਂ ਨਾਲ ਜ਼ਨਾ ਕਰਨ ਵਾਲੇ, ਧੱਕੇ ਨਾਲ ਗਰੀਬਾਂ ਦੇ ਪੈਸੇ ਲੁੱਟਣ ਵਾਲੇ ਬਦਕਾਰ, ਇਹ ਕਾਦੀਆਨੀ ਪੀਰ, ਇਹਨਾਂ ਨੂੰ ਨਬੀ ਬਣਾ ਕੇ ਪੇਸ਼ ਕਰਦੇ ਨੇ। ਸਾਡੇ ਜਿਹੜੇ ਬੰਦੇ ਨੇ ਉਹ ਜਨਾਬ ਅੱਗੋਂ ਅੰਬਿਆ ਦੀਆਂ ਮਿਸਾਲਾਂ ਕਿ ਉਹ ਇੰਜ ਠੀਕ ਨੇ, ਤੁਹਾਡੇ ਇੰਜ ਗਲਤ ਨੇ। ਕਦੀ ਕਿਸੇ ਨੇ ਇਸ ਤਰ੍ਹਾਂ ਦੇ ਬਦਕਾਰ ਦਾ ਮੁਆਜ਼ਨਾ ਕੀਤਾ ਹੈ? ਇਹੋ ਜਿਹੇ ਬਦਕਾਰਾਂ ਦਾ ਮੁਆਜ਼ਨਾ ਤੇ ਕਿਸੇ ਬਜ਼ੁਰਗ ਨਾਲ ਨਹੀਂ ਬਣਦਾ। ਇਹ ਅੰਬਿਆ ਦੀ ਤੋਹੀਨ ਨਹੀਂ। ਇੱਕ ਬੰਦਾ ਪ੍ਰਾਈਮ ਮਿਨਿਸਟਰ ਆਫ ਕੈਨੇਡਾ, ਉਹਦਾ ਮੁਕਾਬਲਾ ਹਜ਼ਾਰੇ ਮੋਚੀ ਨਾਲ ਸ਼ੁਰੂ ਕਰ ਲੇ ਕਿ ਹਜ਼ਾਰੇ ਮੋਚੀ ਚ ਖੂਬੀਆਂ ਜ਼ਿਆਦਾ ਨੇ ਕਿ ਉਹਦੇ ਚ ਜ਼ਿਆਦਾ ਨੇ। ਉਹ ਤਾਂ ਸਿੱਧੀ ਸਿੱਧੀ ਬੇਇੱਜ਼ਤੀ ਹੈ ਪ੍ਰਾਈਮ ਮਿਨਿਸਟਰ ਕੈਨੇਡਾ ਦੀ। ਮੇਰਾ ਇਹ ਤਰਨਾ ਹੈ ਕਿ ਇਹਨਾਂ ਦਾ ਗੰਦ, ਇਹਨਾਂ ਨੂੰ ਉੱਥੇ ਹੀ ਰੱਖੋ ਜਿਸ ਕਾਬਲ ਨੇ। ਹਾਂ, ਅਗਰ ਜ਼ਰੂਰੀ ਹੈ ਇਹਨਾਂ ਦੇ ਕਿਸੇ ਸਵਾਲ ਦਾ ਜਵਾਬ ਦੇਣਾ ਕਿਤਾਬ ਤੋਂ ਜਾਂ ਕੋਈ ਇਲਮੀ ਲਿਹਾਜ਼ ਨਾਲ ਦੋ, ਲੇਕਿਨ ਇਸ ਬਦਕਾਰ ਟੋਲੇ ਦਾ ਮੁਕਾਬਲਾ ਇੱਕ ਕਾਦੀਆਨੀ ਮਲੰਗ, ਫਿਰ ਇੱਕ ਹੋਰ ਚੀਜ਼, ਕਿਸੇ ਪੀਟਰ ਸ਼ਾਹ ਦਾ, ਕਿਸੇ ਬਲਡੋਜ਼ਰ ਸ਼ਾਹ ਦਾ, ਕਿਸੇ ਕਿੱਕਰ ਸ਼ਾਹ ਦਾ ਮਲੰਗ ਅਗਰ ਬਦਕਾਰੀ ਜਾਂ ਜ਼ਨਾ ਕਰਦਾ ਫੜ ਕੀਤੇ ਨਾ, ਮਸਲਨ ਉਹ ਪੀਟਰ ਸ਼ਾਹ ਫੜ ਕੀਤੇ, ਤੁਸੀਂ ਮਲੰਗ ਉਸ ਨੂੰ ਕਹੋ ਨਾ, ਪੀਟਰ ਸ਼ਾਹ ਦੇ ਮਲੰਗ ਨੂੰ ਕਿ ਯਾਰ ਤੇਰਾ ਪੀਰ ਨੇ ਆਹ ਕੰਮ ਕੀਤਾ, ਉਹ ਦੋ ਕੰਮ ਕਰੇਗਾ ਉਹ ਮਲੰਗ ਪੀਟਰ ਸ਼ਾਹ ਦਾ, ਜਾਂ ਤੁਹਾਨੂੰ ਗਾਲਾਂ ਕੱਢੇਗਾ ਤੇ ਜਾਂ ਪੀਟਰ ਸ਼ਾਹ ਨੂੰ ਛੱਡ ਦੇਗਾ। ਕਾਦੀਆਨੀ ਮਲੰਗ ਇੱਕ ਐਸਾ ਬਦਕਾਰ ਮਲੰਗ ਹੈ ਜਿਹਨੂੰ ਤੁਸੀਂ ਦੱਸੋ ਨਾ ਕਿ ਤੁਹਾਡੇ ਕਾਦੀਆਨੀ ਪੀਰ ਆਪਣੀਆਂ ਕੁੜੀਆਂ ਨਾਲ ਜ਼ਨਾ ਕਰਦੇ ਫੜ ਕੀਤੇ ਨੇ। ਇੱਕ ਐਸਾ ਬਦਕਾਰ ਮਲੰਗ, ਉਹ ਸਿੱਧਾ ਅੰਬਿਆ ਦੀ ਜ਼ਾਤ ਤੇ ਹਮਲੇ ਸ਼ੁਰੂ ਕਰ ਦੇਗਾ। ਦੁਨੀਆ ਦਾ ਕਿਸੇ ਜਾਲੀ ਪੀਰ ਦਾ ਮਲੰਗ ਆਪਣੇ ਪੀਰ ਦੀ ਬਦਕਾਰੀ ਦਾ ਮੁਕਾਬਲਾ ਜਾਂ ਉਹਨੂੰ ਛੁਪਾਉਣ ਵਾਸਤੇ ਕਦੀ ਕਿਸੇ ਨਬੀ ਦੀ ਜ਼ਾਤ ਤੇ ਹਮਲਾ ਨਾ ਕਰੇਗਾ। ਵਾਹਦ ਕਾਦੀਆਨੀ ਮਲੰਗ ਜਿਹੜਾ ਨਬੀ ਦੀ ਜ਼ਾਤ ਤੇ ਹਮਲਾ ਕਰੇ। ਸੋ ਮੇਰਾ ਖਿਆਲ ਹੈ ਸਾਨੂੰ ਇhtiyat ਕਰਨੀ ਚਾਹੀਦੀ ਹੈ। ਸਾਨੂੰ ਇਹੋ ਜਿਹੇ ਬਦਕਾਰ ਟੋਲੇ ਦਾ ਮੁਕਾਬਲਾ ਅੰਬਿਆ ਦੀ ਹਸਤੀ ਨਾਲ ਜਦੋਂ ਮਲੰਗ ਕਰਨ, ਤੇ ਜਿਸ ਤਰ੍ਹਾਂ ਉਹ ਬੰਦਾ ਕਦੀ ਆਪਣੀ ਮਾਂ ਦੀ ਬਹਿਸ ਨਹੀਂ ਕਰੇਗਾ, ਉਹ ਸਿੱਧਾ ਹੀ ਆਂਦਾ ਕੋਈ ਸ਼ਰਮ ਹਯਾ ਕਰ, ਤੂੰ ਕੀ ਕੀਤਾ, ਤੂੰ ਮੇਰੀ ਮਾਂ ਦੀ ਮਿਸਾਲ ਕਿਹਦੇ ਨਾਲ ਦਿੱਤੀ ਹੈ, ਤੂੰ ਗੈਰਤ ਕਰ ਕੁਝ। ਇਹਨਾਂ ਨੂੰ ਉੱਥੇ ਰੱਖੋ ਜਿਸ ਜਗ੍ਹਾ ਦੇ ਕਾਬਲ ਨੇ। ਜੀ ਮੁਫਤੀ ਸਾਹਿਬ ਜੀ ਜ਼ਬਰਦਸਤ ਹੋ ਗਿਆ ਜੀ, ਮਾਸ਼ਾਅੱਲਾ, ਅਲਹਮਦੁਲਿਲਾ। ਇਹ ਆਪਣੇ ਸਗੀਰ ਭਾਈ ਚੌਧਰੀ ਸਾਹਿਬ ਨੇ ਮੈਨੂੰ ਇੱਕ ਵਾਰੀ ਕਿਹਾ ਸੀ ਕਿ ਸ਼ਾਹ ਜੀ ਤੁਸੀਂ ਜਿਹੜਾ ਹੈ YouTube ਚੈਨਲ ਹੈ ਤੁਹਾਡਾ ਖਤਮੇ ਨਬੂਵਤ ਟਾਈਮਜ਼, ਇਹਦੇ ਥੰਬਨੇਲ ਤੇ ਜਿਹੜੀ ਤੁਸੀਂ ਮਿਰਜ਼ੇ ਦੀ ਤਸਵੀਰ ਲਾਉਂਦੇ ਹੋ ਸਿੱਧੀ ਹੁੰਦੀ ਏ, ਤੇ ਉਹਨੂੰ ਨਾ ਪੁੱਠਾ ਕਰਕੇ ਲਾਇਆ ਕਰੋ। ਤੇ ਉਦੋਂ ਦੀ ਗੱਲ ਅਸੀਂ ਪੱਲੇ ਬੰਨੀ ਏ, ਤੇ ਇਹ ਮੇਰੀਆਂ ਕੋਈ ਜਿਹੜੀਆਂ ਲਾਸਟ ਟਾਈਮ ਆਈਆਂ ਨੇ ਕੋਈ 300-400 ਵੀਡੀਓ, ਤੇ ਉਹਦੀ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੈਂ ਤਸਵੀਰਾਂ ਪੁੱਠੀਆਂ ਕਰਕੇ ਹੀ ਲਾਈਆਂ ਨੇ। ਤੇ ਬਹਰਹਾਲ ਮੈਂ ਦੋਸਤਾਂ ਨੂੰ ਦੱਸਿਆ ਤੁਹਾਡੇ ਬਾਰੇ ਚ ਜਿਹੜਾ ਤੁਸੀਂ ਇਹਦਾ ਖਿਆਲ ਕੀਤਾ। ਦੇਖੋ, ਮੈਂ ਸਿੰਪਲ ਜਿਹੀ ਮਿਸਾਲ ਦੇਣਾ। ਇੱਕ ਤਰਫ
ਪ੍ਰਾਈਮ ਮਿਨਿਸਟਰ ਆਫ ਕੈਨੇਡਾ ਦੀ ਫੋਟੋ ਲਾ ਲਓ, ਇੱਕ ਤਰਫ ਇੱਕ ਬਦਕਾਰ ਜਿਹਾ ਕੋਈ ਬੰਦਾ ਹੈ, ਉਹਦੀ ਲਾ ਲਓ, ਠੀਕ ਹੈ ਜੀ। ਸਿੱਧੀ ਸਿੱਧੀ ਤੋਹੀਨ ਪ੍ਰਾਈਮ ਮਿਨਿਸਟਰ ਦੀ। ਤੁਸੀਂ ਇਹਨਾਂ ਬਦਕਾਰਾਂ ਦੀਆਂ ਫੋਟੋ ਜਨਾਬ ਉਹ ਦੇਖੋ, ਜੋ ਹਾਲਤ, ਜੋ ਤੁਹਾਨੂੰ ਆਈਡੀਓ ਸੁਣੋ ਜਾ ਕੇ ਆਪਣਾ ਨਿਦਾ ਦੀ ਤੇ ਕਾਦੀਆਨੀ ਪੀਰ ਮਿਰਜ਼ੇ ਮਸਰੂਰ ਦੀ, ਜੋ ਗੱਲਬਾਤ ਉਹਦੇ ਚ ਹੋਈ ਹੈ, ਦੁਨੀਆ ਦਾ ਕੋਈ ਇਨਸਾਨ ਸੋਚ ਸਕਦਾ ਇੰਨਾ ਗੰਦ? ਐਸੇ ਬਦਕਾਰ ਜ਼ਨਾਕਾਰ ਟੋਲੇ ਦੀਆਂ ਫੋਟੋ ਅਸੀਂ ਬੜਾ ਚੜਾ ਕੇ ਆਪਣੀਆਂ ਉੱਤੇ ਜਨਾਬ ਸਟਰੀਮਾਂ ਤੇ ਲਾਈਏ? ਕੰਜਰ ਵੀ ਇੰਜ ਨਹੀਂ ਕਰਦੇ ਜੋ ਇਹਨਾਂ ਕਾਦੀਆਨੀ ਪੀਰਾਂ ਦੇ ਘਰੋਂ ਫੜਿਆ ਗਿਆ। ਸਿੱਧੀ ਸਿੱਧੀ ਤੋਹੀਨ ਹੈ। ਔਰ ਫਿਰ ਜਿਹੜੀਆਂ ਫੋਟੋ ਨੇ ਲੁੱਟੇ ਚੰਦੇ ਦੇ ਪੈਸਿਆਂ ਦੇ ਨਾਲ ਜਨਾਬ ਦਾੜੀ ਚਮਕਾ ਲੈਣੀ ਹੈ, ਤਿੱਬਤ ਕਰੀਮ ਮਾਰ ਮਾਰ ਕੇ ਉੱਤੇ ਇੱਕ ਪੱਗੜ ਰੱਖ ਲੈਣਾ, ਥੱਲੇ ਸੁੱਥਣ ਬੰਨੀ ਹੈ, ਕੁਰਾਨ ਪੜ੍ਹਨਾ ਨਹੀਂ ਆਉਂਦਾ, ਗੱਲਾਂ ਜਿਹੜੀਆਂ ਉਹ ਨਿਦਾ ਨਾ ਕਰਦਾ ਉਹ ਜਾ ਕੇ ਸੁਣੋ। ਕੰਜਰ ਵੀ ਨਹੀਂ ਇੰਜ ਦੀਆਂ ਗੱਲਾਂ ਕਰਦੇ, ਉਹਨਾਂ ਦੀਆਂ ਫੋਟੋ ਅਸੀਂ ਸਿਰ ਤੇ ਚੁੱਕੀ ਫਿਰੀਏ। ਜੀ ਮੁਫਤੀ ਸਾਹਿਬ ਤੁਸੀਂ ਕੰਟੀਨਿਊ ਕਰੋ, ਡਾਕਟਰ ਸਾਹਿਬ ਵੀ ਹੈ ਨੇ, ਬਾਕੀ ਦੋਸਤ ਵੀ ਹੈ ਨੇ। ਬਾਕੀ ਮੇਰੀ ਆਈਡੀ ਇਹ ਰਿਕੁਐਸਟ ਹੈ ਕਿ ਚਲੋ ਮੇਰਾ ਹੋ ਜਾਏਗਾ ਥੋੜਾ ਜਿਹਾ, ਤੇ ਮੈਂ ਕਮ ਅਜ਼ ਕਮ ਜਦੋਂ ਫ੍ਰੀ ਟਾਈਮ ਹੋਏ ਮੈਂ ਇਹਨਾਂ ਕਾਦੀਆਨੀ ਪੀਰਾਂ ਦੀਆਂ ਕਰਤੂਤਾਂ ਕਮ ਅਜ਼ ਕਮ ਦੱਸ ਸਕਾਂ ਲੋਕਾਂ ਨੂੰ। ਜੀ ਜੀ ਇਨਸ਼ਾਅੱਲਾ ਫਿਕਰ ਨਾ ਕਰੋ, ਬਸ ਸੁਬਹ ਤੱਕ ਹੋ ਜਾਣਗੇ ਉਹ ਪੂਰੇ, ਟੈਨਸ਼ਨ ਕੋਈ ਨਹੀਂ। ਇਹ ਹੁਣ ਡਾਕਟਰ ਸਾਹਿਬ जी डॉक्टर साहब आप फरमाओ जनाब। मुझे कहा आपने मुफ्ती साहब? जी 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 माशाल्लाह जी। अस्सलाम वालेकुम। मैं जरा नहाने चले गया था, तो आप किस बात पर बात? यही मौजू यही है कि कादियानियत की हकीकत क्या है, और इसके ऊपर आप मुफ्ती साहब ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਾਦੀਆਨੀ ਹਕੀਕਤ ਇੱਕੋ ਹੀ ਲਫ਼ਜ਼ ਹੈ, ਝੂਠਾ ਤੇ ਲਾਨਤੀ ਹੈ। ਤੇ ਇਸ ਤੋਂ ਜ਼ਿਆਦਾ ਕੀ ਹਕੀਕਤ ਹੋ सकती है कादियानियत दी? मैं तो इनसे एक ही बात पूछता हूँ कि भाई आप कुरान को मत बात करो, ये इजराए नबूवत तुम्हारे बस की बात नहीं है, और ना हयात वफात मसीह की आपकी बात है। सबसे पहले मुफ्ती साहब मेरा ये मानना है कि सबसे पहले उस आदमी की बात करो जो कहता है क्लेमेंट है ऑफिस ऑफ द प्रॉफिटहुड का, कि वो कहता है कि मैं पैगंबर हूँ। तो मैं कादियानियों से कहता हूँ कि उसको तुम पैगंबर साबित करो कि वो पैगंबर क्यों है। फिर म्यारे नबूवत है पैगंबर के, जो सुन्नत रसूल सल्लल्लाहु अलैहि वसल्लम अहादीस में है और कुरान पाक में म्यारे नबूवत बयान किए गए हैं। अगर मिर्ज़ा उन पर पूरा उतर जाए तो ठीक है, हम बात कर लेंगे कि आगे होते मिर्ज़ा पूरा उतरे है। अब कादियानियों के लिए तो आप भी हवाले देते हैं, आपसे सीख कर हमने भी बड़े हवाले इनको बताए। हमने कहा कि देखो, पहली बात है कि इसका नाम था दसवंदी। दसवंदी इसको इसकी माँ फुफी ने नाम दिया और इसकी खाला ने नाम दिया। वो मुझे गांव का नाम भूल गया, आपको याद होगा कहाँ से, चिराग बीबी का गांव था ना कादियां से जरा बाहर करके। सईद साहब जरा एक सेकंड रुकियो प्लीज इथे प्लीज, माजरत नाल मैं बड़ी हम्बल रिक्वेस्ट है। आबद साहब जरा, आबद अवान साहब जरा अनम्यूट करो। हाँ तुसी आबद अवान जी, अस्सलाम वालेकुम। जी जी जनाब, तुसी जरा अपना इंट्रोडक्शन करवा दो प्लीज। मेरा नाम आबद है यार, फ्रॉम मैनचेस्टर इंग्लैंड। ते काफ़ी देर मुसलमान अल्हम्दुलिल्लाह, ते काफ़ी देर इन्हां दी बराडा ते बैठा रहा, ते बड़ा ड्रामा देखे, कुछ समझ नहीं आई। फिर मुफ्ती साहब दे प्रोग्राम देखे, मुफ्ती साहब ने कुछ समझ आई है, वरना ते ये ते इस्लाम दा लिबादा बिल्कुल आखिर च पता लग्या ये ते कोई और ही है। ते साडे यूके बिच ना ते बहुत फैला रहे ना अपने इस्लाम, असा बिल्कुल तुहानू दसन देनी कि अहमदीन बिल्कुल इस्लामी काम करन दे। इत्थे दे बच्चे बेचारे जरा सिद्धे न, ते आखिर जाके ना उन्होंने पता लगना है कि यार ये ते अहमदीन ते माशाल्लाह हुण लोगों ने काम चुके इस पासे इधर भी। ठीक हो गया, थैंक यू वेरी मच सर। मैं कुछ गलत समझिया सा, माजरत चाहना वा। नहीं इधर थोड़ी जी वजाहत कर दो, तुसी पहले कोई अहमदी ते नहीं सो?
ना यार, अच्छा ला अच्छा हौला अच्छा वला कुव्वत इल्ला अच्छा बिल्लाह, अच्छा लानत अच्छा जी। अल्लाह वैसे ना माजरत तो वैसे ना ऐसे मालूमात लेना वास्ते। हाँ जी नहीं बोलो। नहीं जी, खुदा दा वास्ता है, लानत किबला उस्ताद मोहतरम थल्ले ना एक बंदे ने सवाल किया कि निशान नंबर 85 की है, तो उनके बारे थोड़ी वजाहत चाहिए है। थल्ले बंदे ने कमेंट अच्छा, किया। निशान 85 ਤੇ ਵੀ ਗੱਲ ਕਰਨੀ ਹੈ, ਲੇਕਿਨ ਡਾਕਟਰ ਸਾਹਿਬ ਦੀ ਅਜੇ ਗੁਫ਼ਤਗੂ ਜਾਰੀ ਹੈ। ਤੇ ਡਾਕਟਰ ਸਾਹਿਬ ਜਿਹੜਾ ਪੁੱਛ ਰਹੇ ਸਨ ਦਸਵੰਦੀ ਵਾਲਾ ਹਵਾਲਾ, ਉਹ ਮੈਂ ਜ਼ਰਾ ਦੇ ਦਿਆਂ ਕਿ ਸੀਰਤੁਲ ਮਹਦੀ ਹਿੱਸਾ ਵੱਲ ਸਫਾ 40 ਹੈ ਔਰ ਕਾਦੀਆਨੀਆਂ ਦੀ ਹਦੀਸ ਨੰਬਰ ਹੈ 51। ਔਰ ਯਾਦ ਰੱਖੋ ਕਿ ਜਿਵੇਂ ਸਾਡੀ ਇਤਿਹਾਸ ਹਿੱਤਾ ਹੈ ਔਰ ਬੁਖਾਰੀ, ਮੁਸਲਮ, ਤਿਰਮਜ਼ੀ, ਅਬੂ ਦਾਊਦ ਵੇ, ਇੰਜ ਕਾਦੀਆਨੀਆਂ ਦੇ ਵਿੱਚ ਅਗਰ ਹਦੀਸਾਂ ਦੀ ਕੋਈ ਕਿਤਾਬ ਹੈ ਤੇ ਉਹ ਵੇ ਸੀਰਤੁਲ ਮਹਦੀ, ਜਿਹੜੀ ਖੁਦ ਇਹਨਾਂ ਨੇ ਤਸਲੀਮ ਕੀਤੀ ਹੈ ਕਿ ਇਹਨੂੰ ਅਸੀਂ ਹਦੀਸਾਂ ਦੀ ਤਰਜ਼ ਦੇ ਉੱਤੇ ਲਿਖੇ ਹੈ। ਉਹ ਵੇਖੋ ਨਾ, ਮਤਲਬ ਉਹ ਲਿਖਦੇ ਵੀ ਇੰਜ ਹੀ ਨੇ ਜਿਵੇਂ ਹਦੀਸਾਂ ਲਿਖੀ ਦੀਆਂ ਨੇ ਨਾ। کہ 51 نمبر دیکھو جی، بسم اللہ الرحمن الرحیم، بیان کیا مجھ سے حضرت والدہ صاحبہ نے کہ تمہاری دادی ایما ضلع ہوشیارپور کی رہنے والی تھی۔ حضرت صاحب فرماتے تھے کہ ہم اپنی والدہ کے ساتھ بچپن میں کئی دفعہ ایما گئے ہیں۔ والدہ صاحبہ نے فرمایا کہ وہاں حضرت صاحب بچپن میں چڑیاں پکڑا کرتے تھے اور چاقو نہیں ملتا تھا تو سر کنڈے سے ذبح کر لیتے تھے۔ والدہ صاحبہ نے فرمایا کہ ایک دفعہ ایما نے چند بوڑھی عورتیں آئیں تو انہوں نے باتوں باتوں میں کہا کہ سندھی ہمارے گاؤں میں چڑیاں پکڑا کرتا تھا۔ والدہ صاحبہ نے فرمایا کہ میں نہ سمجھ سکی کہ سندھی سے کون مراد ہے۔ آخر معلوم ہوا کہ ان کی مراد حضرت صاحب سے ہے۔ والدہ صاحبہ فرماتی تھیں کہ دستور ہے کہ کسی منت ماننے والے کے نتیجہ میں بعض لوگ خصوصاً عورتیں اپنے کسی بچے کا عرف سندھی رکھ دیتے ہیں۔ چنانچہ اسی وجہ سے آپ کی والدہ اور بعض عورتیں آپ کو بھی بچپن میں کبھی اس لفظ سے پکار لیتی تھی۔ خاکسار عرض کرتا ہے کہ سندھی غالباً 10 بندی یا 10 بندی سے بگڑا ہوا ہے، جو ایسے بچے کو کہتے ہیں کہ جس پر کسی منت کے نتیجے میں 10 دفعہ کوئی چیز باندھی جاوے، اور بعض دفعہ منت کوئی نہیں ہوتی بلکہ یوں ہی پیار سے عورتیں اپنے کسی بچے پر یہ رسم ادا کر کے اسے سندھی پکارنے لگ جاتی ہے۔ اچھا، یہ آپ نے روایت ان کی حدیث سن لی ہے، حدیث نمبر یہ 51 ہے۔ ایک تو بات یہاں سے یہ پتا چلی کہ مرزا قادیانی سر کنڈے سے یعنی ظالمانہ طریقے سے چڑیوں کو ذبح کیا کرتا تھا۔ حالانکہ جو نبی ہوتا ہے وہ تو ظلم اور ستم ختم کرنے کے لیے آتا ہے دنیا میں، نہ کہ ظلم پھیلانے کے لیے۔ نہ ہی وہ ظلم انسانوں کے اوپر کرتا ہے، نہ ہی وہ ظلم جو ہے نا وہ جانوروں کے اوپر کرتا ہے۔ تو مرزا قادیانی بچپن سے ہی وہ ظلم کا شکار رہا اور ظالم تھا۔ وہ کہتے ہیں پنجابی میں کہ سوراں دے منہ جمدے ہی ترکھے ہوندے نے۔ تو بچپن میں ایک بندے کے ظلم اور ستم کا یہ حال تھا، تو بڑے ہو کے تو انہیں تے کفن بھی پھاڑنے سن نا۔ دوسری بات ہمیں یہ پتا چلی کہ یہ 10 بندی یعنی 10 بند، پرانے زمانے میں یہ ہوتا تھا کہ جب پاکستان اور ہندوستان اکٹھا تھا تو جو مندر ہوتے تھے، مندروں کے پاس لوگ کئی منتیں مانگتے تھے، تو وہ ہندو لوگ جو تھے وہ 10 بند باندھ کے آتے تھے کہ میرا بیٹا بیمار ہے تو یہ میں 10 بند اس کی نسبت سے باندھ رہی ہوں۔ کوئی نانی دادی جو ہے نا وہ باندھ کے یا ماں باندھ کے آتی تھی کہ میرا بیٹا اس سے صحت یاب ہو جائے گا۔ مرزا قادیانی کے ساتھ بھی یہ ہوا کہ یہ بچپن میں ہو گیا بیمار، تو اس کی جو خواتین تھی مائیں اور دادیاں، وہ اس کو مندر کے پاس اس کے نسبت سے 10 بند باندھے، تو لہٰذا اس نسبت سے ہی اس کا نام جو یہ بچ گیا تھا۔ پھر تو اس کو پھر 10 بندی کہنا شروع کر دیا۔ 10 بندی سے دسوندی ہوا اور اسی سے سندھی بن گیا بگڑ کے۔ جیسے وہ جب بچپن میں کوئی بیمار ہو جائے بچہ تو وہ اللہ تعالیٰ سے منت مانتے اللہ اس کو شفا دے، تو وہ اگر اللہ پاک اس کو شفا دے دیتا ہے، اس کی قسمت میں شفا ہوتی ہے، تو ہماری مائیں جو تھی نام رکھ دیتی تھی اللہ رکھا، یعنی اس کو اللہ نے رکھا ہے۔ تو اب یہ مرزا قادیانی یہ ہندوؤں کا وہ اسی لیے کہتا ہے میں آریوں کا بادشاہ ہوں،
मैं क्रिश्चियन हूं, मैं कन्या हूं, तो मतलब ये इसके खमीर के अंदर जो है ना वो बुत परस्ती और हिंदू रसूम और ये मादा चलता आ रहा है। तो बहरहाल ये एक हवाला था डॉक्टर साहब ने जिसका जिक्र किया था, तो वो हवाला मैंने दे। डॉक्टर साहब आप गुफ्तगू जारी रखें। हाँ जी, आपने बहुत अच्छा किया। आपने ये आखिरी 2 लाइनें जो इनकी जाली रवायत की हैं वो गलत हैं, वो इसने मलमा फेरने की कोशिश की है आखिर में। आखिरी 2 लाइनें झूठ और बाकी सारा सच है। जैसे मुफ्ती साहब ने कहा कि ये पागल था बचपन से, यही मैं साबित करना चाहता था। और ये इसके बाद एक और वाकया भी है जो मैंने पहले सुनाया था कि इसने एक दिन माँ के पास सालन नहीं था, इतने भूखे नंगे खानदान का था, तो माँ से लड़ रहा था कि मैं नहीं खाना, तो माँ ने कहा फिर स्वा नल रोटी खा ले, तो इसने स्वा रखी जी, वो राख अपनी रोटी पर रोटी खानी शुरू हो गया। ये इनकी किताबों में लिखा है। तो अभी जो एक साहब आए थे वो कह रहे थे कि हर नबी को पागल कहा जाता है, तो अगर वो सुन रहे हैं तो मेरी बात बड़े गौर से सुनना। मैं इस बात को तस्लीम करता हूं, बल्कि ये कादियानी एक आयत भी सुनाते हैं, औज़ बिल्लाहि मिनश शैतानिर रजीम, या हसरतन अलल इबाद मा यातीहिम मिर रसूलिन इल्ला कानू बिही यस्तहज़िऊन। ये सूरा यासीन के दरमियान में ये आयत लिखी हुई है कि हसरत है उन लोगों में कि आज तक उनमें एक ऐसा नबी नहीं आया जिसका इस्तेहज़ा ना किया गया हो। तो मेरे भाई, इससे तो हर आदमी नबी बन जाता है ऐसी बातों से। लेकिन एक बात अंबिया में कॉमन होती है, उन्हें लोग मजनून कहते हैं लेकिन वो इनकार करते हैं, वो कहते हैं हम मजनून नहीं हैं। तो वो अगर सुन रहे हैं तो मैं हवाला, अब मुफ्ती साहब हैं तो हवाला तो बताना पड़ेगा। ये है कि खजाइन की जिल्द 20, हम इसे रूहानी मानते नहीं है क्योंकि ये तो शैतानी चीज है। सफ़ा नंबर 46 है, किताब का नाम तज़किरातुश शहादतैन है। इसकी ऊपर से तीसरी लाइन में आपको पढ़ के सुनाता हूँ, ऊपर से ही पढ़ देता हूँ। कहा लिखा है, मिर्जा कादियानी की तहरीर है, वो भाई साहब सुन लें जो थे। एक दफा ये जिक्र आया कि अहादीस में है कि मसीह मुफ्त जो है 2 जर्द रंग की चादरों में उतरेगा। लो जी, ये मिर्जा कह रहे हैं, ठीक है हम मानते हैं ईसा अलैहिस्सलाम आएंगे तो 2 जर्द चादरें ओढ़ी होंगी, इससे हम मुराद जर्द चादरें ही लेते हैं और कुछ नहीं लेते। आगे सुने, एक चादर बदन के ऊपर के हिस्सा में होगी और दूसरी चादर बदन के नीचे के हिस्सा में होगी। हम यही कहते हैं कि इसी तरह एहराम भी ऐसे ही बांधा जाता है। याद रखो, एहराम में 2 चादरें होती हैं और उसका एक खास मतलब है वो एहराम बांधने का। जब ईसा अलैहिस्सलाम आएंगे तो उन्होंने एहराम बांधा होगा जर्द रंग का। अब सुनो जी, मिर्जा क्या कहता है। कहता है, सो मैंने कहा कि ये इस तरफ इशारा था कि मसीह इनका तो जो मऊद है और मुफ्तरी है जो भी कहते हैं। और मैं जल्दी से एक बात बता दूं, मसीह मऊद का इस्लाम में कोई तसव्वुर नहीं है। मसीह मौत की इस्तिलाह यहूदियों ने इजाद की थी जब ईसा अलैहिस्सलाम तशरीफ ले आए। उन्होंने कहा कि ये तो नाउज़ुबिल्लाह सच्चे नहीं है, जो सच्चा मसीह होगा वो मसीह मऊद है। वहां से इन्होंने यहूदियों से ली है। ये इस तरफ इशारा था कि मसीह मऊद 2 बीमारियों के साथ जाहिर होगा। वो सुन रहे हो बाजी, वो जो कह रहे थे, क्योंकि ताबीर के इल्म में जर्द कपड़े से मुराद बीमारी है। अब जो कादियानी सुनता है इस पर गौर करे, आगे मैं पढ़ने लगा हूं, बड़ा क्रिटिकल। और वो दोनों बीमारियां मुझ में हैं। चलो मान लिया जी, बीमारियां तो सबको होती हैं, हमें कोई इतराज नहीं है, बीमारी होए पर कुरान के खिलाफ बीमारी ना होए, बस इतना हमें इतराज है। कहता है यानी एक सर की बीमारी है। अब सर दर्द नहीं कह रहा, दूसरी जगह पर मिर्जा लिखता है एक तो सर दर्द है, दूसरा दौराने सर है। और इसकी डेफिनेशन हम आपको मिर्ज़इयों की किताब से बताएंगे, दौराने सर किसे कहते हैं। मैं आपको वो हवाला दिखाऊंगा जिसमें लिखा है दौराने सर से मुराद मिराम और मिराक है, और दौरा भी आपको अभी पढ़ के सुना दूंगा मैं। मिराम कहते हैं हिस्टीरिया को अंग्रेजी जुबान में। मिराक अगर रेख्ता डिक्शनरी में देखें तो आपको साफ लिखा हुआ मिलेगा कि इसका मतलब है पागलपन। अंग्रेजी में मेडिकल टर्मिनोलॉजी में आप इसका तर्जुमा करें तो इसका मतलब बनता है स्किज़ोफ्रीनिया।
स्किज़ोफ्रेनिया के उसमें सारी अलामतें थी, उस तफसील में मैं नहीं जाऊंगा। मैंने 4 वीडियो बनाई हैं और जदीद तरीन मेडिकल साइंस से सबूत दिया है कि मिर्जा स्किज़ोफ्रेनिक था। तो ये आपको मैं सबूत दूंगा कि मिर्जे ने मिराम का भी इकरार किया है और मिराक का भी इकरार। ये तो हो गई जी ऊपर वाली मिर्जे की चादर। अब सुनने वाले कादियानी जी, मेरी एक अर्ज सुने। आपने तो खुद ही कहा था कि लोग नबियों को पागल कहते हैं, लेकिन नबी पागल होते नहीं है। मिर्जा तो कहता है मैं पागल ना, पागलपन ते मेरी नबूवत दा सबूत है। आप इस पर गौर जरूर करना, इस नुक्ते पर। और कुरान पाक 11 मरतबा कहता है नबी मजनून नहीं होते। मिर्जा कहता है जी मैं पागल ना। आप कुरान के खिलाफ करते हैं, इस्लाम के खिलाफ। आगे सुने जी, यानी एक सर की बीमारी और दूसरी कसरत पेशाब और दस्तों की बीमारी। लो जी थल्ले वाली चादर जे। ओ मर्जियो, ये कैसे हो सकता है कि एक नबी पेशाब पखाने से भरा हो? अल्लाह ताला ने उसको उठाया भी इसी तरह। 8वां 10 जो सफा नंबर 11 हिस्सा अव्वल सीरतुल लानती, सॉरी सीरतुल मादी में मुफ्ती साहब बैठे हैं, माफ करना मुफ्ती साहब, वो सीरतुल मादी वाले कहते ने, उसमें लिखा है कि 8वें 10 के बाद कै आई और फिर जब उठ के कुर्सी जो साथ रखी थी, पखाना लेटरीन जिसको कहते हैं, वहां पहुंच नहीं सका और ठा से गिर गया। सारा पखाना बिस्तर पर फैल गया, इसके गिर्द लिपट गया और इसका सर ठा करके चारपाई की लकड़ी से लगा। इस तरह मिर्जे की जान निकाली। अब मैं मुफ्ती साहब बैठे हैं, मैं वो आयत नहीं सुनाऊंगा कि जो झूठे नबी होते हैं, वो सूरह इनाम की आयत नंबर 93 में लिखा है गमरात, वो उसके ऐसे, ये काफी लंबी है, फी गमरातिल मौत, उनको देखो मौत के वक्त में, वल मलाइकाते बासितु ऐदिहिम, जब फरिश्ते उनकी तरफ अपना हाथ बढ़ा रहे होते हैं और कहते हैं अखरिजु अनफुसकुम, अपनी जानें निकालो, अल यौम, आज के दिन, तुजज़ौना अज़ाबुल खौन बिमा कुंतुम, और हम तुम्हें शदीद तरीन अजाब देंगे जो तुम करते रहे हो। और ये किसके बारे में? के ऊपर लिखा है वमन असलमा मिम्मन इफ्तरा अल्लाह काज़िबा, इससे ज्यादा कौन शख्स जालिम होगा जो अल्लाह पर इफ्तरा बांधे। मिर्जा तो बहुत इफ्तरा बांधा, कहता मैं खुदा भी हूं। ओ काला, या ये कहे ऊहिया अलैया, मेरी तरफ वही आती है, वलम यूहा इलैहि शैउन, जबकि उसकी तरफ कुछ भी नहीं आता। तो कादियानी जी इत्ते गौर करना, मिर्जे की मौत उसके झूठे होने का सबूत है। तो खैर उसको छोड़ते हैं, ये पागलपन पर आते हैं। तो मिर्जे ने कहा है कि उसकी नबूवत का सबूत पागलपन ऊपर वाली चादर, पेशाब पखाना थल्ले वाली चादर। यार ऐसा नबी मर्ज़इयो तुम्हें मुबारक हो, हमें नहीं चाहिए। मैं तो यही बात सुन के कादियानियत को तुम्हें छोड़ देना चाहिए। अब देखो दूसरा हवाला, खजाइन की जिल्द 19 है, सफा नंबर 435 है। किताब का नाम नसीम दावत है। यहां पर दरमियान में लिखा है, जहां एक हरफ 68 का उसने लिखा है, उस लाइन से पढ़ रहा हूं, बाएं तरफ 68 लिखा है, चुनाचे मिसाल के तौर पर जाहिर करता हूं कि मुझे 2 मर्ज दामनगीर हैं। देखो जी दूसरा हवाला है, एक जिस्म के ऊपरी हिस्सा में कि सर दर्द और दुराने सर की है जी मिराम एंड मिराक, हिस्टीरिया एंड स्किज़ोफ्रेनिया अंग्रेजी में कहें तो, और दुराने खून कम होके हाथ पैर सर्द हो जाना, नब्ज कम हो जाना। दूसरा, जिस्म के नीचे हिस्से में पेशाब कसरत से आना और अक्सर दस्त आते रहना। ये दोनों बीमारियां करीबन 20 वर्ष से हैं। मर्ज़इयो, जिस नबी की नबूवत का सबूत उसका पागलपन, और मैं नहीं कह रहा, मुफ्ती साहब मैं तन दसा, वो 2 लोगों ने पीएचडी की, एक का नाम था वो एल्फ्रेड मॉल, वो प्रोफेसर है थियोलॉजी का फ्लोरिडा में आजकल, उसने की पेंसिल्वेनिया यूनिवर्सिटी से। दूसरा का नाम हुसैन है, उसने की लंदन स्कूल ऑफ इकोनॉमिक्स यूनिवर्सिटी ऑफ लंदन से। और एक तीसरा भी है, दुनिया की मशहूर यूनिवर्सिटियों से की। उन्होंने शुरू में ही लिख दिया कि हम इतने हैरान हैं कि मिर्जा अपनी नबूवत का सबूत अपना पागलपन और अपना पेशाब पे पखाना पेश करता है। कहता है ना कभी सुना ना कभी देखा। लोगों मर्ज़इयो डाउनलोड करो, नाम उसका हुसैन है, पीएचडी उसने की है कादियानियत पर।
दूसरे का नाम एल्फ्रेड माल है, उसका टाइटल है अहमदियत इन इस्लाम। ये टाइटल तुम्हें उसका खुश करेगा। लेकिन उन्होंने पूछते हैं वो सवाल कि ये कैसा नबी है। खैर इसको छोड़ें, आगे आपको बताते हैं। सही साहब, माजरत के साथ जब आप बात कंप्लीट करेंगे ना, तो आई हैव वन क्वेश्चन फॉर यू एज वेल प्लीज। नहीं आप अभी पूछें, मुफ्ती साहब बैठे हैं, हमें क्या डर है। सर मैंने ना, आप पहले बात इनका नाम सैयद नहीं, सईद नहीं, सैयद ओली, डॉक्टर ओली। चाहिए सैयद साहब, आप इनको डॉक्टर साहब कह सकते हैं। डॉक्टर साहब डॉक्टरी ਦੇ ਪੇਸ਼ੇ ਦੇ ਹਵਾਲੇ ਨਾਲ ਹੀ ਮੈਂ ਇੱਕ ਹਵਾਲਾ ਪੇਸ਼ ਕਰਨਾ ਪਿਆ ਸਰ। ਜੇ ਗੁਸਤਾਖੀ ਹੋਏ ਹੁਣ, ਤੁਸੀਂ ਸਾਰੇ आप सब माशाल्लाह बड़े ही बैठे हुए हैं, लेकिन आप डॉक्टर हो, तो प्लीज ये काइंडली ये मैं इबारत लगाई है ना, इसको पढ़ें थोड़ा सा, ये आपके पेशे के मुतल्लक है, तो इसलिए पर हूँ, आप पढ़ के सुना दें, मुझे बहुत बारीक है, नहीं पढ़ा जा रहा। इंसान आप पढ़ सकते हो, क्योंकि मेरी भी नजर थोड़ी कमजोर है। कोई बंदा पढ़ सकता है इसको? मैं पढ़ दूं जी? जी पढ़ दो, पढ़ दो खैर भाई। जी पढ़ो जी। औरतें अपने आप को और दूसरों को भी अपनी मनी से हमला कर सकती हैं। मिर्ज़ाइयों के झूठे नबी मिर्ज़ा कादियानी का नया शोशा मुलाजा कीजिए। तहकीक की रूह से बाज़ इस किस्म की भी औरतें होती हैं कि क़ुव्वत रजूलियत और अमसियत उनसियत दोनों इनमें जमा होती हैं, और किसी तहरीक से जब उनकी मनी जोश मारे तो हमल हो सकता है। चश्मा मार्फत सफ़ा 218, मदरजा रूहानी ख़ज़ाइन जिल्द 23 सफ़ा 226, अज़ मिर्ज़ा कादियानी। अगर कोई कादियानी डॉक्टर ये तहरीर पढ़ रहा है तो आगे पढ़ना लाजमी है शाद भाई? जी पढ़े, ठीक है। डॉक्टर साहब से सवाल पूछना मेडिकल तौर पे। जी सर। मिर्ज़ा कादियानी के इस झूठ पर ही इस पर लानत भेजकर और अपने ज़मीर की आवाज़ पर लब्बैक कहकर सैयदुल मुरसलीन, ख़ातमुन नबिय्यीन, शफ़ीउल मुज़निबीन, रहमतुल लिल आलमीन सल्लल्लाहु अलैहि वसल्लम की बेपाया रहमत के साया तले आ जाए। तमाम कादियानियों से हमारी दरख्वास्त है कि वो मिर्ज़ा कादियानी के झूठों की खुद तहकीक करे और उसके बाद अकीदत की अंधी पट्टी आंखों से उतार कर अपनी अना और गरूर भूल कर अपने जज्बात के मुकाबल कादियानियत के नाम नहाद तकद्दस को बालाए ताक रखते हुए अपने ज़मीर की आवाज़ को अहमियत देकर तौबा कर लें और मुसलमानों में शामिल हो जाएं। जी डॉक्टर साहब। हाँ जी, आप सवाल पूछे। सवाल मेरा ये है कि आपने इबारत सुन ली जी कि इसमें ऐसी कौन सी वो साइंस है वो जो एक औरत को इतनी शिद्दत से रजूलियत करने की वो आदत है, और वो खुद ब खुद ही उनको हमल हो जाता है, और दे डोंट नीड मेंस। सो प्लीज छोटा जवाब तो ये है कि अच्छा डॉक्टर साहब, एक मिनट जवाब आप दें, छोटा नहीं तफसीली देंगे आप इंशाल्लाह, मुझे बड़ी उम्मीद है। अच्छा, यहाँ ना नमाज का वक्त हो गया है तो मुझे जाना होगा, मैं रुखसत चाहता हूँ। तो साहिबान बड़ी तवज्जो से डॉक्टर साहब की बातें आपने सुननी है। इंशाल्लाह मुझे बड़ी उम्मीद है कि आपके इल्म में बहुत इजाफा होगा इंशाल्लाह। रब रखा जी। अस्सलाम वालेकुम। वालेकुम अस्सलाम रहमतुल्लाहि व बरकातहू। मैं आपको जवाब देता हूँ, प्लीज। ये हवाला नोट करें, खजाइन की जिल्द नंबर 2 है, सफ़ा 99 है, किताब का नाम सुरमा चश्मे आरिया है। यहाँ पर मिर्ज़ा कादियानी ने लिखा हुआ है कि एक ने गालबन करशी ने खुद अपनी अड्डी में, एड़ी को अड्डी कह रहा है, सुराख होकर और फिर इस रात से मुद्दत तक पखाना आता रहा। ठीक है, तो देखें, एड़ी से ना सुराख हो सकता है, ना वहां से पखाना आ सकता है। मेडिकली ये इम्पॉसिबल है। ये सिर्फ एक पागल कह सकता है। पागल की एक निशानी ये है कि उसको पेग फिनोमेना कहते हैं। वो अपने जो चलाक किस्म के पागल होते हैं ना, क्रिमिनल माइंडेड पागल, मुजरमाना,
وہ اپنا جرم دوسرے پر ٹکانے کی کوشش کرتے ہیں. یہ کرشی نے کبھی نہیں کہا اگر کوئی مرزائی ثابت کر دے تو میں مرزائی ہونے کو تیار ہوں. یہ مرزے نے خود کرشی کا نام لے کے اپنا پاگل پن ظاہر کیا، اور اسی صفحے پر وہ لکھتا ہے بعض نے یہ بھی دیکھا، دوسروں کو کہہ رہا ہے کہ چوہا مٹی خشک سے پیدا ہوا جس کا آدھا دھڑ تو مٹی کا تھا، آدھا چوہا بن گیا، ناممکن. اسی طرح کی مرزے نے کہا کہ ایک بکرا دودھ دیتا ہے، اور ڈپٹی کمشنر نے دیکھا، پھر خود کہتا ہے میں نے دیکھا کہ گولر کے پہاڑ کے پتے پرندے بن کے اڑ جاتے ہیں. یہ سب خرافات ہیں. ان کا نام میڈیکل سائنس میں ہلوسینیشنز ہے. ہلوسینیشن میجر کرائیٹیریا اسکیزوفرینیا کا، جسے اردو میں مراق کہا جاتا ہے. یہ اس کے پاگل پن کا ایک ایسا ثبوت ہے جس کو آپ ہٹا ہی نہیں سکتے. یہ ہلوسینیشن، الوژنز اینڈ ڈیلوژنز، تین ٹرمینالوجی ایسی ہیں جو اس کو اسکیزوفرینک ثابت کرتی ہیں. اب اس جو تحریر آپ نے لکھی کہ ایک عورت کا ایسا جوش مارتا ہے نطفہ کہ اس سے وہ پریگننٹ ہو جاتی ہے. مرزے کو عیسیٰ علیہ السلام کے بارے میں ایک روایت ہے کہ روایت تو نہیں ہے، ہمارا ایمان بھی وہی ہے. سورہ مریم میں بھی ایسے لکھا ہے کہ عیسیٰ علیہ السلام بغیر باپ کے پیدا ہوئے. جی مرزا اس کو بڑے پاگلانہ انداز میں بیان کر رہا ہے کہ جناب میری تو سائنس دیکھو. ہم تو مرزے کی سائنس کیا دیکھیں، ہم نے تو دیکھ لیا کہ مرزا پاگل ہے. وہ اس کو کہہ رہا ہے کہ یہ جو فینومینا ہے نا، ایسے ہے کہ عورت کا نطفہ جوش مارتا ہے اور وہ دوسری عورت کو بھی پریگننٹ کر دیتی ہے. مرزا کا پاگل پن کی نشانی ہے یہ. اصل میں بات میڈیکل سائنس کی ہے جو اسے کسی نے تو بتائی یا نہیں بتائی ہوگی. ہوتا ایسے ہے کہ بعض عورتوں میں جو ایگ پروڈیوس ہوتا ہے، کیونکہ بچہ بنتا ہے ایگ اور سپرم کے ملنے سے، اور اس کے بعد جو ہے زائگوٹ بنتا ہے، جو ٹرمینالوجی ذرا کمپلیکس ہے. تو اس کے بعد بچہ، یہ عام طریقہ ہے جب مرد اور عورت ملتے ہیں تو سپرم اور ایگ کے ملنے سے. لیکن بعض اوقات ایسا ہوتا ہے، اس کو امیکولیٹ کنسیپشن کا نام دیا گیا ہے میڈیسن میں اس فنامنا کو، کہ عورت کو بغیر سپرم کے ایک وہ پروسیس شروع ہو جاتا ہے جو بچہ بننے کا ہے. بعض لوگ کہتے ہیں کہ عیسیٰ علیہ السلام ایسے ہی پیدا ہوئے کہ امیکولیٹ کنسیپشن ہو گئی، جس کا مطلب ہے کہ کسی آدمی کی ضرورت نہیں پڑی. اور خدا تعالیٰ نے ایسے معجزات پہلے بھی کیے ہیں، اور بعض اور حضرت آدم علیہ السلام بھی شاید ایسے ہی پیدا ہوئے. لیکن جس طرح مرزا بیان کر رہا ہے وہ بالکل جھوٹ ہے، بالکل غلط ہے. اور یہ مرزا کہتا تھا کہ میں طبیب ہوں، میں ڈاکٹر ہوں. اس وقت لوگوں کے عجیب عجیب واہیات علاج کرتا تھا، اور مرزے کی تحریر میں سوائے پاگل پن کے اور کچھ بھی نہیں ہے. اسی لیے میں نے اس کی دوسری پاگل پن کی تحریریں پڑھ کے سنا دی. مرزے کا ہر دعویٰ غلط ہے. اگر یہ میں آپ کو سچی بات بتاؤں، اگر مرزا چپ رہتا نا، 3 حرف کہندا کہ میں نبی ہوں، تو پھر چپ کر جاتا. میں کہتا ہوں بڑی دنیا اس کو مان لیتی. لیکن مرزا تو جھوٹا تھا نا، اس سے چپ نہیں رہا. اسکیزوفرینک چپ نہیں رہ سکتا. اور وہ آپ ایک اور بات پر لوگوں کو حیرت ہوتی ہے کہ اس کے ارد گرد اتنے لوگ تھے تو وہ اس کو سمجھاتے کیوں نہیں تھے. اس کی وجہ ہے اسکیزوفرینک وہی کرتا ہے جو اس نے کرنا ہوتا ہے. اسی لیے بہت ساری آپ کو مرزے کی تحریریں ملیں گی، اور مرزے کی تحریروں میں اس کی ساری تحریریں نہیں ہیں. میں آپ کو ایک ثبوت دیتا ہوں. آئینہ کمالات اسلام اس کتاب کا نام ہے. جی اس کو جو اشاعت کی تاریخ ہے وہ 1 فروری 1893 اس پر لکھی ہے، پہلے صفحے پر. اس کے اندر درمیان میں یہ لکھتا ہے کہ اخویم اور جو بھی کہتا ہے مولوی عبد الکریم میرے پاس آیا 11 جنوری 1893 کو، وہاں پر یہ ڈیٹ لکھی. اس نے مجھے کہا کہ اس میں ایک خط شامل کیا جائے جو دوسرے تمام دنیا کے علماء کو بھیجا جائے کہ وہ غلط ہیں تو مرزا ٹھیک ہے. پھر وہ خط اس میں شامل ہے جس میں پہلے 4 صفحے اردو میں ہے، اور اس کے بعد 200 سے اوپر صفحے جو ہے نا وہ عربی زبان میں ہے، ٹوٹی پھوٹی عربی زبان میں. اب دیکھیں 11 جنوری کو مولوی عبد الکریم نے مشورہ دیا، اور 1 فروری 1893 کو پبلش بھی ہو گئی کتاب. مرزا اپنی کتابوں میں لکھتا ہے کہ اگر میں بہت صفحے بھی لکھوں تو 3 سے 4 صفحے میں لکھ سکتا ہوں. طباعت کا پبلیکیشن کا اصول یہ ہے کہ آپ کے لکھے ہوئے 3 صفحے یا عام طور پر 4 صفحے کے آپ کتنا بڑا لکھتے ہیں، ایک چھپے ہوئے صفحے کے برابر ہوتے ہیں.
आप सोचें मिर्जे के पास 19 दिन थे, चलो मैं कहता हूं 20 दिन थे, और मिर्जे ने अगर 4 सफ़े भी रोज लिखे तो 20 दिन में 80 सफ़े लिख लेगा। 80 सफ़े जो है उसको 4 पर तकसीम कर दें, वो तो 20 छपे हुए सफ़े बने। बाकी किसने लिखे? आप देखें, मिर्जे की तहरीरें मिर्जे ने नहीं लिखी, ये मैंने आपको सबूत दिया है, आईना कमालत इस्लाम में ये बात लिखी हुई है। तो ये तहरीरें जो है ना, जो पागलपन की तहरीरें हैं, मिर्जे की हैं। जैसे मैंने आपको ये पढ़ के सुनाया, जो लानत लानत लिखा हुआ है वो मिर्जे का है। जो उसने लिखा है जना और नमाज के बारे में, ये मिर्जे का है। ये जो न्यूयॉर्क के बारे में है, ये मिर्जे का है। वो जो शायरी है 10 से करवा चुकी है जना, लेकिन पाक दामन अभी बेचारी है, जो उसने नच्छों के बारे में कहा था, वो मिर्जे का है। लेकिन ऐसी तहरीरें आपको मिलेंगी जो तसव्वुफ वाली हैं, वो हकीम नूरे ने, अब्दुल करीम ने, काजी यार मोहम्मद और ऐसे लोगों ने इसको ला ला के दी, लिख लिख के दी। आप देखें, मैंने आपको अभी साबित कर दिया है कि आईना कमालात इस्लाम आदि से ज्यादा लिखने वाला मौलवी अब्दुल करीम था। तो मिर्जे की तहरीरों में बड़ा ही अजीब किस्म का मिर्च मसाला और खिचड़ी पकी हुई है मुख्तलिफ लोगों की। तो खैर, मैं ये बता रहा था कि जल्दी से अब मैं आपको बताऊंगा बाकी इसका हिस्सा, कि मिर्जा ने अपने पागलपन का सबूत, तो मैंने आपको इसकी तहरीरें पढ़ के सुना दी। तो फिर मैंने आपको वो खजाइन जिल्द 19 का हवाला भी दे दिया, नसीम दावत सवा 435 का। कहता है कि मेरी 2 बीमारियां हैं। ऊपर इसने साफ लिखा है कि एक सर दर्द है, दूसरा दुराने सर जो पागलपन है। अब आप पूछेंगे कि दुराने सर कैसे पागलपन हो गया? ले जी, मैं आपको एक और हवाला बताता हूं, ये आप नोट करें सारे लोग। ये सीरतुल लानती है, सफा नंबर 340 है, 40 है, हिस्सा दोम है, रवायत का नंबर 372 है। आप सुने ये रवायत। कहता है डॉक्टर मीर मोहम्मद इस्माइल साहब, ये नच्छो का भाई था। मीर मोहम्मद इस्माइल जो है नासिर नवाब का बेटा और नच्छो का जो नुसरत जहां बेगम जिसको कहते हैं उसका भाई था। कहते हैं डॉक्टर मीर मोहम्मद इस्माइल साहब ने मुझसे बयान किया कि मैंने कई दफा मसीह मुफ्तरी से सुना है कि मुझे हिस्टीरिया है, और बाज औकात आप मिराक भी फरमाया करते थे। आपने सुन ली जी, ये गवाही उसका साला दे रहा है कि उसको हिस्टीरिया भी था। अब बशीरा लिख रहा है, उसने तो इस पर मलमा लगाना था। कहता है जी, वो जो डॉक्टर है, प्रॉपर डॉक्टर, ये किंग एडवर्ड का पढ़ा हुआ था मीर मोहम्मद इस्माइल, और बकायदा प्रॉपर डॉक्टर था उस जमाने का। अब जाली डॉक्टर बशीरा सुनो क्या कह रहा है। कहता है लेकिन दरअसल बात यह है कि आपको दिमागी मेहनत और शुबाना रोज तसनीफ की मुशक्कत की वजह से बाज ऐसी असबी अलामात पैदा हो जाती थी जो हिस्टीरिया के मरीजों में अमूमन देखी जाती हैं। अब इस जाली डॉक्टर बशीरे को, जो मौलवी अब्दुल करीम का लड़का था, मैं कहता हूं वही अलामतें हिस्टीरिया होती हैं। भाई साहब, ये दिमाग का मर्ज है, ये कोई जिस्मानी मर्ज नहीं है। दौर कहते हैं मसलन काम करते करते यकदम जोफ हो जाना, चक्रों का आना, हाथ पैरों का सर दर्द होना, घबराहट का, और आगे पागलपन डिस्क्राइब कर रहा है, उसकी सारी अलामतें डिस्क्राइब कर रहा है। लो जी, सबूत हो गया ना कि दुराने सर का मतलब है मिराम मराक, अंग्रेजी में बोलें तो हिस्टीरिया और स्किज़ोफ्रेनिया दोनों लाइलाज बीमारियां। अब देखें जी, हमारे पास अगला सबूत है, यह है जी सीरतुल लानती का सफा नंबर 15 है। वो जो इसकी मौत का मंजर है उससे 4 सफे आगे और हिस्सा अव्वल है। यहां पर लिखा हुआ है इसके दरमियान में कि मैं पर्दा, नच्छो एक दिन इसको कुछ हुआ तो नच्छो बीबी आई तो उसको बुलाया इसने। कहता है मैं पर्दा करा के मस्जिद में चली गई, नुसरत जहां कह रही है, तो आप लेटे हुए थे। मैं जब पास गई तो फरमाया मेरी तबीयत बहुत खराब हो गई थी, लेकिन अब फाका है। मैं नमाज पढ़ा रहा था, झूठ, कि मैंने देखा कि कोई काली काली चीज मेरे सामने से उठी और आसमान तक चली गई। यहां पर मैं आपको एक बात बताऊं, मैंने क्यों कहा नमाज पढ़ा रहा था झूठ। कादियानियों को मेरा एक चैलेंज है, अगर वो मिर्जे कादियानी मुर्तद अल कज़्ज़ाब का एक खुतबा जुमा ले ना, सिर्फ एक खुतबा जुमा, मैं मरज़ई हो जाऊंगा, तड़ना सब कुछ भूल जाऊंगा, है ही कोई नहीं। तो आगे सुने, कहता है और आसमान तक चली गई, फिर मैं चीख मार कर जमीन पर गिर गया और गशी किसी हालत हो गई।
والدہ صاحبہ فرماتی ہیں کہ اس کے بعد سے آپ کو باقاعدہ دورے پڑنے شروع ہو گئے. مرزائیو ہونا سی کی کہیے تسی تے آپ لکھیا مرزے نو مرام ہے, مرزے نو پراک ہے. مرزا کہندا ہے میری نبوت دا نشان ہی پاگل پن ہے. قرآن کہندا ہے کہ مجنون نبی ہو ہی نہیں سکتا. قرآن کہندا ہے شاعر نبی نہیں ہو سکتا. قرآن کہتا ہے وما علمناه الشعر وما ينبغي له ان هو الا ذکر وقرآن مبین لینذر من کان حیا ویحق القول علی الکافرین, کہ ہم نے شاعری سکھائی نہیں. قرآن کہتا ہے سورہ شعراء میں جو شاعروں کی پیروی کرتا ہے وہ گمراہ ہے. قادیانیوں, قرآن حدیث سنت دنیا کا ہر کرائیٹیریا کہتا ہے کہ مرزا مرتد نبی ہو ہی نہیں سکتا, پاگل نبی ہو ہی نہیں سکتا. اس کو تو ڈیلوژن ہوتے ہیں. اب آپ لوگ مجھے بتاؤ, وہ جو صاحب مجھے آ کے بتا رہے تھے کہ ہر نبی کو پاگل کہا, ٹھیک ہے کہا گیا ہوگا لیکن انہوں نے انکار کیا. انہوں نے مرزے کی طرح یہ تو نہیں کہا کہ اللہ دی لعنت دیکھو مرزے تھے. لوگوں نے بھی کہا پاگل ہے, مرزے نے کہا آہا ہا پاگل پن تو میری نبوت کا ثبوت ہے. اور نیچے سے دوجا ثبوت ہے کہ پیشاب پخانے نال بھریا ہوا نبی ملیا تن, اور موت بھی ہوئی تو پیشاب پخانے سے بھرے ہوئے گیا دنیا سے. مرزائیو یہ خدا تم پر رحم کرے, میں نے بہت کہہ دیا اور بہت سارے لوگ ہیں, تو آپ اس پر تبصرہ کریں. میں اس سے زیادہ کیا کہہ سکتا ہوں. ڈاکٹر صاحب ماشاءاللہ آپ نے بہت پیارا بیان کیا, اور اگر لگے ہاتھوں مرزے کے سیرت المہدی کا صفحہ نمبر 522 بھی پڑھ دیں. دیکھیں آپ پڑھیں, جس میں مجھے کتاب کھولنی پڑے گی, میرے پاس ہر کتاب ہے اس کی. میں بتا دیتا بھائی لگائے میں پڑھ دیتا ہوں. ہاں جی, نہیں میں زبانی پڑھ دیتا ہوں, مجھے زبانی یاد ہے کہ اس کا ایک تھا, وہ بیمار تھا تو ان کو کوئی حکیم نہیں ملا تو مرزے کو بلا لیا. تو انہوں نے مرزے نے اس کا علاج اس طرح کیا تھا کہ ایک مرغا جو ہے اس کے سر پر باندھ دیا, اس کے سر پہ باندھ دیا تھا. ہاں مجھے علم ہے اس بات کا. تو آپ ڈاکٹر ہیں تو اس لیے میں آپ کو جی مرزے کے جتنے بھی ہاں ڈاکٹر دیکھیں آپ کو میں ایک عرض کروں, میں نے شیطانی خزائن کی 23 جلدیں 10 مرتبہ سے زیادہ پڑھ لی ہیں. اب میں نے تاریخ احمدیت کو 2 مرتبہ پڑھا ہوا ہے. میں نے مکتوبات احمد کو پورا پڑھا ہوا ہے. میں نے سیرت المہدی کے سارے والیوم 5 مرتبہ سے زائد پڑھ چکا ہوں. اسی لیے آپ کہہ رہے تھے تو میں نے بتا دیا کہ آگے کیا لکھا ہے. اب حالت یہ ہے کہ اگر کوئی مجھ سے پوچھتا ہے نا قادیانی کون ہے, تو مجھے بڑا ترس آتا ہے ان لوگوں پر, قادیانیوں پر, کہ آ جاتے ہیں اور یہ کہیں گے جی قرآن سے دیکھو سورہ صف کی آیت نمبر اتنی, سورہ ہجر کی آیت نمبر 23, وہاں پر لکھا ہوا خلق الانسان من صلصال, کہ ہم نے انسان کو کھڑکتی مٹی سے اور میلے گہرے سے, وہ کیا کہتے ہیں اس کو جو گنڈا ہوتا ہے, اس سے پیدا کیا. کہیں بھی نہیں لکھا سارے رسولوں کو ہم نے ایسے پیدا کیا. مطلب کیا ہوگا, لیکن جھوٹ بولتے ہیں. انہیں قرآن, ابھی یہ قادیانی آیا تھا کہتا جی مسلمہ کذاب کے 700 حفاظ مارے گئے, حالانکہ مسلمہ کذاب کی فوج میں ایک بھی حافظ نہیں تھا. جس طرح جو لعنت قادیانیت پر ہے نا, انہوں نے اب حافظ کلاس شروع کی ہے. یہ نہ سمجھنا مجھے نہیں پتا تمہارا, میں تمہیں بہت جانتا ہوں. انہوں نے کوئی 10-12 سال ہوئے حافظ کلاس شروع, پہلے نہیں ہوتی تھی. اب یہ عورتوں کو بھی حفظ کراتے ہیں, چلو ٹھیک ہے اچھا ہے, لیکن خدا کی لعنت اتنی ہے, ان کا حافظ بھی قرآن پڑھتا ہے تو غلطی کرتا ہے, ان کا خدائی خلیفہ قرآن پاک پڑھتا ہے, آیت 1 پڑھتا ہے غلطی 100 ہوتی ہے. اور حکم باری تعالیٰ ہے, اللہ تعالیٰ کا حکم ہے, سورہ مزمل میں لکھا ہے ورتل القرآن ترتیلا, کہ قرآن کو اتنا صاف پڑھو جیسے خشک ریت کے ذرے ایک دوسرے سے الگ ہوتے ہیں. یہ تو دیکھو, باقی چلو معافی دی جا سکتی ہے, باقی تو جاہل ہیں ہی. وہ جڈ لوگ, جو لوگ پڑھے لکھے نہیں ہوتے, جہالت میں بہت اوپر ہوتے ہیں, وہ قادیانی ہو جاتے ہیں یا ہوتے ہیں. لیکن جس کو تم خدائی خلیفہ کہتے ہو, وہ کس خدا کا خلیفہ ہے؟ ہمارے خدا کا خلیفہ تو نہیں, ہمارے اللہ کا خلیفہ تو نہیں, وہ تو جلاش کا خلیفہ ہے. ہمارے اللہ کا جو خلیفہ ہوگا, ہمارے رسول کی اتباع میں جو ہوگا, وہ جب قرآن پڑھے گا پیار سے پڑھے گا, دل لگا کے پڑھے گا, اور اس کو سیدھا سیدھا پڑھے گا. ورتل القرآن ترتیلا کی تفسیر بن کر پڑھے گا. قادیانی اتنے اندھے ہیں, انہیں اللہ کی کوئی بات, اور یہ بڑے جلدی ہیں جی قرآن لے آؤ, اور قرآن تو تمہارے خلاف ہے. قرآن میں تو معیار نبوت, جو بیسک معیار نبوت سورہ
इब्राहिम की आयत नंबर 4 है, वमा अरसलना मिन रसूलिन इल्ला बिलिसानि कौमिही लियुबय्यिना लहुम। हमने आज तक दुनिया में ऐसा नबी नहीं भेजा सिवाय उसकी अपनी कौम की जुबान में। मिर्जा कादियान में क्यों ऐसा किया? लियुबय्यिना लहुम, ताकि वो खोल खोल कर बयान कर दे। मिर्जा कादियान में पैदा हुआ, उसकी जुबान पंजाबी, खबीस का बच्चा तोतला था, रे कह ही नहीं सकता था, पर नाले को फनाला 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 कहा करता था। कुरान पाक पढ़ता तो लगता था गंदी पंजाबी बोल रहा हो, उसने पढ़ा कभी नहीं। उसको आप सोचें, मैं कादियानियों को कहता हूं दिमाग लाओ कादियानियों, अगर मिर्जे ने एक दफा भी कुरान पढ़ा होता, उसको अगर ये समझ आता होता कुरान, तो वो कभी पंजाबी के सिवा किसी जुबान में अपने ऊपर इल्हाम नाजिल ही ना करता और कहता है लो जी कुरान दा नबूवत दा क्राइटेरिया है जे, ते मेरा ते सारा कलाम ही पंजाबी च। क्या बात। अच्छा डॉक्टर साहब, अब मैं थोड़ा सा यहाँ पे आपको रोकूंगा माजरत के साथ। नहीं, मैं रुक गया हूँ, मैं तो वैसे ही आपने मुझे शुरू किया तो मैं शुरू हो आप गया। यूके में होते हैं? जी आप किस कंट्री में? यूके में? हाँ जी। अच्छा चलें डॉक्टर साहब, मेरा जो है ना, मेरी लाइफ का जो टाइमिंग है ना, वो तकरीबन 7 से लेके 12 बजे तक होती है, ठीक है? तो मेरे लिए, मैंने आपको फॉलो कर लिया है, तो मेरे लिए बाइस फख्र होगा कि इतना बंदा हमें गाइड कर रहा है, ठीक है? नहीं, मैं तो आ जाता हूँ। इसलिए देखें, मैं आपको एक बात बताऊं, जी मैं कादियानियों को साफ बात करता हूँ। आपको मैं पहली बात बता दूं, पिछले 18 या 12 महीने में 380 से ज्यादा कादियानियों ने मुझे बताकर कादियानियत छोड़ी है, उनमें 100 से ऊपर इंग्लैंड में है। माशाल्लाह, सुभान अल्लाह। ठीक, लेकिन मुझे इसका कोई फख्र नहीं है, मैं किसी को कुछ नहीं कहता है, मेरी वजह से तो है ही नहीं है, क्योंकि मैं कादियानियों से कहता हूँ इस्लाम का कबूल करना अल्लाह का एक इनाम है। मैं कौन होना तानू नाम देने वाला, ठीक है? जो इस्लाम कबूल करता है, मन यहदी अल्लाह फला मुदिल्ल लहु व मन युद्लिल फला हादिय लहु व नशहदु अल्ला इलाहा इल्लल्लाह वहदहु ला शरीका लहु व नशहदु अन्ना मुहम्मदन अब्दुहु व रसूलुहु। ये तो अल्लाह ताला ने कहा, जिसको अल्लाह गुमराह करे कोई सीधा रास्ता नहीं दिखा सकता। जो खुद गुमराह, जिसको अल्लाह सीधा रास्ता दिखाए उसको कोई गुमराह नहीं कर सकता। तो कादियानियों को मैं कहता हूं कि इस्लाम कबूल करना अल्लाह का इनाम है, जिसमें मेरा कोई लेन देन नहीं है। मैं तुम्हें इसलिए हकीकत बताता हूं कि ताकि अल्लाह मुझे माफ कर दे, मिर्जे जैसी मौत ना दे के ठा करके मेरा हाथ थल्ले मारे और कुरान पाक की आयत बिल्कुल पूरी हो जाए कि उस वक्त इनको देखो जब इनकी जान निकल रही होती है, फरिश्ते खींच कर जान निकालते हैं इनकी, और इससे ज्यादा जिल्लत से किसकी जान निकलेगी कि पेशाब पखाने में भरा हुआ है। और वो जो मिर्जाई कहते हैं ना, मिर्जा कह रहे अच्छी लाओ वजूदा पानी, मैं वजू करा नमाज पढ़ा। यार वो सफा नंबर 10-11 तो क्यों नहीं लिखी, तानू भुल गया सी? इतने झूठे हैं मिर्जाई। अब मौत का मनसब लिख रहे हैं सफा नंबर 10-11 हिस्सा सीरतुल लानती में, लेकिन ये कहाँ लिखा? वहां तो एक हरफ नहीं है नमाज का, वजू करने का, नदारत है ही नहीं जी। अब मिर्जाइयों को मैं कहता हूं कि मैं तुम्हें मुसलमान करने के लिए तो बात करता ही नहीं, मैं इसलिए बात करता हूं कि मैं तो एक सदा लगाने वाला, एक मुनादी करने वाला शख्स हूं, जो खुदा ताला के हुक्म के मुताबिक सच्ची बात में पहुंचाता है। तुमने मेरी आवाज सुन ली, मेरा काम पूरा हो गया, उसके बदले में मैं अल्लाह ताला से मगफरत की उम्मीद रखता हूं। यही मेरा सारा मकसद है। तो आपसे मिलकर बड़ी खुशी हुई। मैं जब फारिग होता हूं तो आजकल मैं आ जाता हूं टिकटॉक पर, तो अल्लाह आपको सबको जज़ा दे और इसका अजर दे इंशाल्लाह। मैं सर आपको मुफ्ती साहब के तवज्जुह। जी सर जी कंटिन्यू करें, मैं करता हूँ इसके बाद बात। अच्छा, मैं तो सिर्फ यही कहूँगा कि हमारे लिए ये बाइस फख्र होगा, तो आप प्लीज आया करें और हम थोड़ा सा अवेयरनेस ये कि जी आपके पास तो मुफ्ती साहब आते हैं, उन्होंने तो अपने, मैं तो उनको 20 साल से देख रहा हूँ, जब मैं स्कूल कॉलेज में पढ़ता था तब से मैं मुफ्ती साहब की बातें सुनता हूँ। उन्होंने आज से 20 साल पहले यूट्यूब पर थे वो जी। तो जी अली खान साहब और जितने बंदे हैं, कुछ कहना है आपने, तो फिर उसके बाद मैं ब्रॉड बंद करूं, क्योंकि मैंने सुबह 6 बजे उठने के लिए, तो माजरत के साथ दिल तो नहीं करता लेकिन मजबूरी है जी। जी शायद भाई, मैंने दिस इज थर्ड, मैंने डॉक्टर साहब को सुना है और बिलीव मी कि मुझे वो इन्फॉर्मेशन मिली है और मेरे में वो आग लगी है ना, जो डॉक्टर साहब ने अब जो रुख ही चेंज कर दिया है,
और मुफ्ती बशर शाह साहब ने जो रुख चेंज कर दिया मरज़इयों को बेनकाब करने का, अब जो डॉक्टर साहब ने बातें की ना, सबसे पहले तो मैं सब सुनने वालों को ये रिक्वेस्ट करूँगा कि इनकी स्टडी, डॉक्टर साहब की इनकी रिसर्च और इनका जो अंदाज़े बयां और जो अंदाज़े गुफ्तगू है और जो फ़्लो है, इस बात का सबूत है कि मरज़ई जो है ना वो जाहिल और बेवकूफ़ हैं। और इन्होंने जो रुख चेंज किया है डॉक्टर साहब ने अपनी बातों से और अपनी रिसर्च से, हमारे दिमाग में, हमारे सोचने समझने में एक बात डाली है कि हयात वफ़ात ईसा तो कुछ भी नहीं है। कुरान पाक हदीस मरज़इयों की से बात करने का तो बहुत दूर तक ताल्लुक ही कोई नहीं है। अब मेडिकली इन्होंने कह दिया कि ये बेवकूफ़ पागल तरीन इंसान था। और उसके बाद जो मेयारे, ये दो चीज़ें मुझे क्लिक की हैं। आज इंशाल्लाह ताला मैं डॉक्टर साहब का यूट्यूब चैनल फॉलो कर लिया है अभी बैठे बैठे ही, और इनकी 80s वीडियोज़ हैं वहाँ पे इसी बात के ऊपर ही। तो इंशाल्लाह मेरा सब्जेक्ट अब दूसरी ब्रॉड पे ये दो चीज़ें रहेंगी, मेयारे नबूवत और मेडिकली रिसर्च के जो उसको प्रूव कर दिया है कि ये गधा इंसान पागल था मिर्ज़ा कादियानी। तो मेरे अभी इसी बात पे डॉक्टर साहब सुनने के बाद यही कमेंट है कि ये जो हवाओं का रुख चेंज हुआ है ना, अब ये हवाएं बहुत दूर तक उड़ाएंगी मरज़इयत को इंशाल्लाह जी। जी और किसी भाई ने बात करनी है? सैम सर, आबिद और भाई आप जी मुझे पता है आपको जल्दी है यार, यू हैड अ लॉन्ग ब्रॉडकास्ट, जस्ट वांट टू से इतनी मैं कहूंगा कि डॉक्टर साहब योर नॉलेज इज एब्सोल्युटली अमेजिंग, यू हैव टॉट अस सो मच, बहुत आपकी वजह से सीखा एंड मैं भी आपको जरूर फॉलो करूंगा। बस एक कोई सवाल था, आज भी उनकी वेबसाइट पे था, तो ये जो आपने मिट्टी की बात की तो वो कह रहे थे मौलवी गलत कह रहे हैं, वो हमारे चिकनी मिट्टी से बने, लेकिन भाई उन्होंने कहीं जिक्र किया मेरे अगला और पिछला, उन ऐसी भी कोई उन्होंने बात की थी, वो तो बिल्कुल इनकार कर गए। मिर्जा साहब ने ऐसी कोई बात नहीं, थोड़ी सी उस पर रोशनी डाल दें, आज नहीं तो फिर नेक्स्ट टाइम जब भी हाँ, मैं आपको जल्दी से बता देता हूँ, मैं ज्यादा वक्त नहीं, देखें कुरान पाक में ये सूरह हिजर में ही नहीं लिखा, इससे ज्यादा ये सूरह रहमान में लिखा है। औज़ुबिल्लाहि मिनश शैतानिर रजीम। व खलकल इंसाना मिन सलसालिन कल फख्खार व खलकल जाअन्ना मिन मारिजिम मिन नार फबिअय्यि आलाइ रब्बिकुमा तुकज़्ज़िबान। बेशक। हाँ, और ये देखें अल्लाह ताला ने बार बार कहा इंसान को हमने कड़कती मिट्टी से पैदा किया और जिन को हमने भड़कती आग से पैदा किया, दोनों में बहुत फर्क है। अब मैं सबूत साइंस से देता हूं कि कड़कती मिट्टी से कैसे पैदा हुआ। इंसान का जो एलिमेंटल स्ट्रक्चर है ना जी, ये हाइड्रोजन और कार्बन है। Absolutely. कार्बन जो है, कार्बन के ढेर मिलते हैं, कार्बन मुख्तलिफ शक्लों में आती है, ये हीरा भी कार्बन होता है और ग्रेफाइट भी कार्बन होता है और कोयला भी कार्बन होता है, प्योर कार्बन की बात करते हैं। बिल्कुल, कोयला भी कड़कता है, हीरा भी कड़क से भी ज्यादा होता है और ग्रेफाइट इनके दरमियान की डेंसिटी की चीज है। अल्लाह ताला ने सबसे ज्यादा जो हमारे स्ट्रक्चर में एलिमेंट रखा है वो कार्बन है। इसी तरह हाइड्रोजन, नाइट्रोजन और दूसरे जो सादा अज्जा जिनको एलिमेंटल कहते हैं, अगर वो सॉलिड हालत में आए तो वो कभी फ्लूइड में नहीं होते, हमेशा कड़कते हुए होते हैं। जब साइंस को ये हकीकत पता लगी तो मुझे और मैंने जिस जिस साइंसदान को बताया, उनकी हैरत से दिमाग भक से उड़ गए कि ये तो सर्च एलिमेंट कड़कता हुआ है और इनके जो कंपाउंड है ना वो भी कड़कते हुए हैं, और जब इनको मिक्स किया जाता है तो ये गारे की तरह लगते हैं। वो गारा जिसका रंग ग्रे होता है, ना स्याही माल ना सफेद, ग्रे। और ये साइंसी हकीकत है। कुरान पाक की ये आयत व खलकल इंसान मिन सलसालिन कल फख्खार साइंस की फाउंडेशन को हिट करती है। सुभान अल्लाह। तो इसमें और कादियानी इसका इनकार करते हैं नहीं और वो कहते हैं कि जिनका तो वजूद ही नहीं। खुदा ताला कुरान मेरी एक वीडियो है इस बारे में कि कादियानी इब्लीस, आप देखें मैंने कुरान पाक से बहुत सारे हवाले दिए हैं उसमें। और कुरान कहता है वखालकल जाअन्ना मिन मारिजिम मिन नार, ना उधर मिट्टी है ना कुछ है, भड़कती हुई आग है। जिन्नों को देखने का सबूत मोहम्मद मुस्तफ़ा सल्लल्लाहु अलैहि वसल्लम की जिंदगी से मिलता है, आपकी सही हदीस में से मिलता है। ये उसका इनकार करते हैं, ये फरिश्तों का इनकार करते हैं, ये आदम अलैहिस्सलाम की जो मैकुलेट कंसेप्ट क्रिएशन है, मैकुलेट क्रिएशन जो कुरान जिसकी तस्दीक करता है, कादियानी उसका इनकार करता है। वो कहता है हर 6000 बाद नया आदम आता है। फिर किसी दिन इंशाल्लाह ज्यादा तफसील से। बिल्कुल डॉक्टर साहब, ये तो मजाक, हमारा तस्करा बनाते हैं, मजाक बनाते हैं, ऐसी बात ऐसे जैसे हम। Look, I'll tell you something. The Qadianis are wrong on every count.
They Yeah, of have course, got yeah. no realization. They are illiterate people. They have never read Quran. Doctor You, Saab, you see, I call them picks and mix. They pick it from anywhere. They mix it with anything. no, they, Surat. they tell lies. Honestly speaking, the guy came round only half an hour ago, and Yeah. he told me there were the 1700 Haffaz who were on the side of Musalma. I said, for God's sake. Astaghfirullah. Firstly, his count was wrong. The Yeah. second, there was no Hafiz with Musalma al-Kazab. All Haffaz were Sahaba, and they were with the Muslim army. Doctor You know, Saab, sorry, आपकी बात काट रही थी. Please keep coming on this so we can learn inshallah, from your I'll talk knowledge. to you again. Okay, खुदा हाफिज. जी, मुझे इजाजत दें डॉक्टर साहब, और यहाँ से ही जो सिलसिला अभी खत्म किया है ना, कल अगर आपके पास टाइम हुआ तो यहीं से बात शुरू करेंगे. और मुझे अभी हो गया, काफी टाइम हो गया, मुझे 4.5 घंटे हो गए लाइव ऑन किए हुए. इंशाल्लाह सबके लिए तो अल्लाह इंशाल्लाह ईमान में रखे डॉक्टर साहब आपको. माशाल्लाह बहुत खूबसूरत भाई बयान बहुत किया शुक्रिया डॉक्टर साहब हमें ज्वाइन करने का. अल्लाह ताला आपको जज़ाए खैर दे. आपके इस जो आपका ख़त्म नबूवत और जो इनका मर्ज़ियों का बेनकाब करने वाले अमल में ना आपको अल्लाह ताला ढेरों सवाब और ढेरों बरकत अता फरमाए. जी बहुत शुक्रिया. जज़ाकल्लाह, बहुत शुक्रिया. ओके सर, इस दुआ के साथ कि इन